ਕਿ ਸਾਡੀ ਬਹੂ ਨੇ ਉਹਨੇ ਕੈਮਰਾ ਲਾ ਦਿੱਤਾ। ਅਸੀਂ ਪਹਿਲੀ ਕਹਾਣੀ ਇੰਝ ਹੀ ਇੱਥੇ ਬੈਠੇ ਹੋਏ ਅਸੀਂ ਆਪਸ 'ਚ ਡਿਸਕਸ ਕੀਤੀ। ਉਹ ਕਹਾਣੀ ਕੋਈ 9-10 ਮਿੰਟ ਦੀ ਕਹਾਣੀ ਬਣੀ ਪਹਿਲੀ। ਅਸੀਂ ਕਿਹਾ ਵੀ ਇਹਨੂੰ ਅਸੀਂ ਉਹਦੇ ਉੱਤੇ ਪਾ ਦਿੱਤਾ, ਫੇਸਬੁੱਕ ਦੇ ਉੱਤੇ, ਯੂਟਿਊਬ 'ਤੇ ਪਾ ਦਿੱਤਾ। ਸ਼ਾਮ ਤੱਕ ਲੋਕਾਂ ਦੇ ਬੜੇ ਮੈਸੇਜ ਆਏ ਕਿ ਯਾਰ ਇਹ ਤੇ ਬੜਾ ਵਧੀਆ ਹੈ, ਸਾਨੂੰ ਸੁਣ ਕੇ ਬੜਾ ਅੱਛਾ ਲੱਗਿਆ। ਜਿਸ ਵੇਲੇ ਲੋਕਡਾਊਨ ਖੁੱਲ੍ਹਿਆ ਅਸੀਂ ਕੁਝ ਲੋਕਾਂ ਨੂੰ ਕਿਹਾ ਯਾਰ ਹੁਣ ਲੋਕਡਾਊਨ ਖੁੱਲ੍ਹ ਗਿਆ ਹੈ ਤੇ ਹੁਣ ਅਸੀਂ ਇਹਨੂੰ ਬੰਦ ਕਰ ਦਈਏ। ਲੋਕਾਂ ਨੇ ਕਿਹਾ ਵੀ ਇਹ ਤੇ ਐਡਾ ਚੰਗਾ ਤੁਸੀਂ ਕੰਮ ਕਰ ਰਹੇ ਸੀਗੇ ਤੇ ਤੁਸੀਂ ਇਹਨੂੰ ਜਿਹੜਾ ਹੈਗਾ ਜਾਰੀ ਰੱਖੋ। चप्पलें तक बांटी, जो प्रवासी यहाँ से जा रहे थे उनके लिए चने, उनके लिए खाने का सामान, उनको मास्क देना, सैनिटाइज़र देना। हमने स्टूडेंट्स की मदद के लिए हमने कंप्यूटर्स उनके घरों में, जो हमारा कॉल सेंटर है, तो जो कॉल सेंटर में कंप्यूटर्स नहीं वर्केबल होते तो हमने उनको बच्चों को वो बांट दिया। ਕਿਰਿਆਕਰਮ ਵਾਸਤੇ ਅਸੀਂ ਕਿੰਨਾ ਸ਼ਮਸ਼ਾਨ ਘਾਟ ਦੇ ਵਿੱਚ ਵੀ ਉੱਥੇ ਉਹਨਾਂ ਦੀ ਮੇਨਟੇਨੈਂਸ ਵਾਸਤੇ ਕੰਮ ਕਰਨਾ, ਨਾਲ ਦੇ ਨਾਲ ਮਾਸਕ ਪਹੁੰਚਾਉਣਾ, ਸੈਨੀਟਾਈਜ਼ਰ ਪਹੁੰਚਾਉਣਾ, ਨਾਲ ਲੋਕਾਂ ਨੂੰ ਇਹ ਕਹਾਣੀ ਜਿਹੜੀ ਹੈਗੀ ਹੈ ਇੱਕ ਉਹ ਸੁਣਾਉਣ ਦਾ ਨਾਲ ਕੰਮ ਕਰਨਾ। ਪ੍ਰਵਾਸੀ ਜਾ ਰਹੇ ਸੀਗੇ, ਅਸੀਂ ਉਹਨਾਂ ਵਾਸਤੇ ਪੂਰਾ ਸਮਾਨ ਤਾਂ ਕਿ ਇੱਥੋਂ ਉਹਨਾਂ ਨੂੰ 2 ਦਿਨ ਲੱਗ ਜਾਣ ਤੇ ਰਸਤੇ 'ਚ ਕਿਤੇ ਭੁੱਖੇ ਨਾ ਰਹਿਣ, ਉਹਨਾਂ ਨੂੰ ਸਮਾਨ ਦੇਣਾ। ਉਹਦੇ ਨਾਲ ਨਾਲ ਅਸੀਂ ਕੋਈ ਬੀਜੇਪੀ ਦੇ ਸਾਰੇ ਆਪਣੇ ਕਾਰਜਕਰਤਾ 52 ਕਿਚਨ ਚਲਾ ਰਹੇ ਸੀਗੇ। ਅਸੀਂ ਜਾ ਕੇ ਕਿਚਨ ਦੀ ਵੀ ਇੰਸਪੈਕਸ਼ਨ ਕਰਨਾ ਵੀ ਉੱਥੇ ਕੰਮ ਠੀਕ ਚੱਲ ਰਿਹਾ, ਉੱਥੋਂ ਬਣਾ ਕੇ ਖਾਣਾ ਲੋਕਾਂ ਦੇ ਘਰਾਂ ਤੱਕ ਉਹ ਖਾਣਾ ਡਿਲੀਵਰ ਕਰਾਉਣਾ। ਫਿਰ ਹੁਣ ਉਸ ਤੋਂ ਬਾਅਦ ਜਿਸ ਵੇਲੇ ਵੈਕਸੀਨੇਸ਼ਨ ਆ ਗਈ, ਫਿਰ ਵੈਕਸੀਨੇਸ਼ਨ ਦੇ ਕੈਂਪ ਲਗਾਉਣੇ ਸ਼ੁਰੂ ਕਰ ਦਿੱਤੇ। ਕਰੋਨਾ ਦਾ ਜਿਹੜਾ ਦੌਰ ਨਿਕਲ ਗਿਆ ਇੱਕ ਮਾੜਾ ਦੌਰ ਸੀਗਾ। ਮਤਲਬ ਤੁਸੀਂ ਦੇਖੋ ਕਰੋਨਾ ਦੇ ਦੌਰ ਵਿੱਚ ਭਰਾ ਦਾ ਨਹੀਂ ਸੀਗਾ, ਭੈਣ ਭਰਾ ਦੀ ਨਹੀਂ ਸੀ, ਮਤਲਬ ਬਹੁਤ ਬੁਰਾ ਹਾਲ ਰਿਹਾ ਫੈਮਿਲੀ ਵਿੱਚ। ਫੈਮਿਲੀ ਮੈਂਬਰ ਵੀ ਆਪਣੇ ਸਦੱਸਿਆ ਨੂੰ ਜਿਹਦੀ ਡੈਥ ਹੋ ਗਈ ਉਹਨੂੰ ਕੰਧਾ ਨਹੀਂ ਦੇ ਪਾਏ। ਔਰ ਹੌਸਪੀਟਲ 'ਚ ਵੀ ਤੁਸੀਂ ਦੇਖਦੇ ਹੋ ਵੀ ਕਿੰਨਾ ਬੁਰਾ ਹਾਲ ਰਿਹਾ ਹੌਸਪੀਟਲ 'ਚ, ਕਿਸ ਤਰ੍ਹਾਂ ਲੁੱਟ ਮੱਚੀ ਹੋਈ ਸੀ ਪ੍ਰਾਈਵੇਟ ਹੌਸਪੀਟਲਾਂ 'ਚ। ਐਂਬੂਲੈਂਸ ਵਾਲਿਆਂ ਨੇ ਕਿੱਦਾਂ ਲੁੱਟਿਆ, ਦਵਾਈਆਂ ਵਾਲਿਆਂ ਨੇ ਕਿੱਦਾਂ ਲੁੱਟਿਆ ਲੋਕਾਂ ਨੂੰ। ਮਤਲਬ ਕਿ ਇਹ ਇੰਨਾ ਮਾੜਾ ਹਾਲ ਸੀਗਾ ਜਿਸ ਦਾ ਬਿਆਨ ਕਰਨਾ ਬੜਾ ਮੁਸ਼ਕਿਲ ਹੈ। ਪਰ ਇਸ ਦੌਰ ਨੂੰ, ਕਿਉਂਕਿ ਇਹ ਦੌਰ ਜਿਹੜਾ ਗੁਜ਼ਰ ਗਿਆ, ਹਾਲੇ ਕਿਹਾ ਜਾ ਰਿਹਾ ਵੀ ਇਸ ਦੀ ਤੀਜੀ ਵੇਵ ਵੀ ਆਏਗੀ, ਪਰ ਉਹ ਆਉਂਦੀ ਹੈ ਨਹੀਂ ਆਉਂਦੀ ਉਹ ਇੱਕ ਅਲੱਗ ਇਸ਼ੂ ਹੈ। ਪਰ ਤੁਸੀਂ ਇਹ ਮੰਨੋ ਵੀ ਕਰੋਨਾ ਦਾ ਜਿਹੜਾ ਇਹ ਦੌਰ ਗੁਜ਼ਰ ਗਿਆ, ਇਹ ਕਿੱਦਾਂ ਗੁਜ਼ਰਿਆ। ਕਈ ਲੋਕ ਇਹ ਸੀਗੇ ਜਿਨ੍ਹਾਂ ਨੇ ਹਿੰਮਤ ਕੀਤੀ, ਨਾ ਸਿਰਫ ਆਪਣੇ ਆਪ ਨੂੰ ਬਚਾਇਆ ਬਲਕਿ ਦੂਜਿਆਂ ਲਈ ਵੀ ਹਿੰਮਤ ਦਾ ਉਹ ਜਿਹੜੇ ਸਤੰਭ ਬਣੇ, ਵੀ ਦੂਜਿਆਂ ਨੂੰ ਵੀ ਉਹਨਾਂ ਨੇ ਹਿੰਮਤ ਵਧਾਈ ਵੀ ਨਹੀਂ ਯਾਰ ਇਹ ਮਾੜਾ ਦੌਰ ਹੈ, ਇਹ ਨਿਕਲ ਜਾਏਗਾ, ਕੋਈ ਅਜਿਹੀ ਗੱਲ ਨਹੀਂ ਹੈ। ਇਹ ਸਮਾਂ ਜਿਹੜਾ ਹੈ ਥੋੜ੍ਹਾ ਜਿਹਾ ਮਾੜਾ ਚੱਲ ਰਿਹਾ, ਇਹਨੂੰ ਥੋੜ੍ਹਾ ਜਿਹਾ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਢਾਲ ਕੇ ਆਪਾਂ ਆਪਣੇ ਆਪ ਦਾ ਬਚਾਵ ਕਰ ਸਕਦੇ ਹਾਂ। ਔਰ ਇਸ ਵਿੱਚ ਜਿਹੜੀ ਮੁੱਖ ਭੂਮਿਕਾ ਨਿਭਾਈ ਇਹ ਸੰਜੇ ਟੰਡਨ ਅਤੇ ਉਹਨਾਂ ਦੀ ਜਿਹੜੀ ਪਤਨੀ ਹੈ, ਵਾਈਫ ਹੈ ਪ੍ਰਿਆ ਟੰਡਨ, ਇਹਨਾਂ ਨੇ ਮੁੱਖ ਭੂਮਿਕਾ ਨਿਭਾਈ। ਇਹਨਾਂ ਨੇ ਇੱਕ ਨਵਾਂ ਸਿਸਟਮ, ਹਾਲਾਂਕਿ ਅਜਿਹਾ ਕੋਈ ਨਹੀਂ ਕਰ ਰਿਹਾ ਸੀ, ਪਰ ਇਹਨਾਂ ਨੇ ਸੋਚਿਆ ਵੀ ਨਹੀਂ ਯਾਰ ਆਪਾਂ ਲੋਕਾਂ ਨੂੰ ਮੋਟੀਵੇਟ ਕਰਨਾ ਹੈ ਇਸ ਦੌਰ ਵਿੱਚ, ਇਸ ਮਾੜੇ ਟਾਈਮ ਵਿੱਚ ਆਪਾਂ ਨੇ ਲੋਕਾਂ ਨੂੰ ਮੋਟੀਵੇਟ ਕਰਨਾ ਹੈ ਤਾਂ ਕਿ ਲੋਕ ਇਸ ਬਿਮਾਰੀ ਨਾਲ ਲੜ ਸਕਣ। ਔਰ ਇਹ ਮੋਟੀਵੇਟ ਕਿੱਦਾਂ ਕਰਦੇ ਸੀ, ਕੋਈ ਅਜਿਹੀਆਂ ਸਟੋਰੀਆਂ ਲੈ ਕੇ ਆਏ ਹਿਸਟਰੀ ਵਿੱਚੋਂ, ਅਜਿਹੀਆਂ ਸਟੋਰੀਆਂ ਇਹਨਾਂ ਨੇ ਛਾਂਟੀਆਂ ਜਿਹੜੀਆਂ ਸਟੋਰੀਆਂ ਇਹਨਾਂ ਨੇ ਆਪ ਰਿਕਾਰਡ ਕੀਤੀਆਂ, ਆਪ ਐਡਿਟ ਕੀਤੀਆਂ, ਯੂਟਿਊਬ 'ਤੇ ਪਾਈਆਂ। ਕਿਉਂਕਿ ਜਿਹੜਾ ਕਰੋਨਾ ਦਾ ਕਾਲ ਸੀਗਾ ਇਸ 'ਚ ਅਸੀਂ ਕੁਛ ਲੋਕਾਂ ਨੂੰ ਆਪਾਂ ਇਕੱਠੇ ਨਹੀਂ ਕਰ ਸਕਦੇ ਸੀਗੇ, ਕੁਛ ਲੋਕਾਂ ਦੇ ਮਿਲ ਜੁਲ ਬੰਦ ਸੀਗਾ, ਸਾਰਾ ਕੁਝ ਬੰਦ ਸੀਗਾ। ਤਾਂ ਇਹਨਾਂ ਨੇ ਸੋਚਿਆ ਵੀ ਨਹੀਂ ਯਾਰ ਸਾਰਾ ਕੁਛ ਅਸੀਂ ਆਪ ਕਰਨਾ, ਆਪਣੇ ਮੋਬਾਈਲ 'ਤੇ ਕੀਤਾ, ਆਪਣੇ ਮੋਬਾਈਲ 'ਤੇ ਐਡਿਟ ਕੀਤੀ ਔਰ ਉਹ ਸਟੋਰੀਆਂ ਬੜੀਆਂ ਲੋਕਾਂ ਨੇ ਲਾਈਕ ਕੀਤੀਆਂ। ਇੰਨਾ ਹੀ ਨਹੀਂ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਜੀ, ਹਿਮਾਚਲ ਦੇ ਮੁੱਖ ਮੰਤਰੀ, ਹੋਰ ਕਈ ਫਿਲਮ ਸਟਾਰ, ਕਪਿਲ ਦੇਵ ਕ੍ਰਿਕਟ ਸਟਾਰ, ਹੋਰ ਜਿੰਨੇ ਵੀ ਲੋਕ ਹੈ ਸਭ ਨੇ ਉਹ ਸਟੋਰੀਆਂ ਨੂੰ ਸਰਾਹਿਆ
ਔਰ ਤਾਰੀਫ ਕੀਤੀ ਵੀ ਹਾਂ ਯਾਰ ਇੱਕ ਇਹਾ ਜਿਹੜਾ ਸਿਸਟਮ ਹੈ ਜਾਂ ਇਹੀ ਜਿਹੜੀਆਂ ਸਟੋਰੀਆਂ ਹੈ ਜਾਂ ਇਹੀ ਜਿਹੜਾ ਮੋਟੀਵੇਸ਼ਨ ਦਾ ਜਿਹੜਾ ਸਟੈਪ ਹੈ ਇਹ ਬੜਾ ਜ਼ਰੂਰੀ ਸੀਗਾ। ਔਰ ਇਹਨਾਂ ਨੇ ਉਹ ਜਿਹੜਾ ਸਟੈਪ ਹੈ ਉਹ ਚੱਕਿਆ। ਔਰ ਅੱਜ ਜਿਹੜਾ ਮਤਲਬ ਕਿ ਅੱਜ 11 ਜੁਲਾਈ ਆ ਔਰ ਅੱਜ 100ਵੀਂ ਸਟੋਰੀ ਇਹਨਾਂ ਦੀ 100ਵੀਂ ਸਟੋਰੀ ਅੱਜ ਜਿਹੜੀ ਆ ਉਹ ਰਿਲੀਜ਼ ਹੋਈ ਆ। ਵੀ ਕਰੋਨਾ ਦਾ ਜਿਹੜਾ 1.25 ਸਾਲ ਸੀਗਾ 1.25 ਸਾਲ ਵਿੱਚ ਇਹਨਾਂ ਨੇ 100 ਸਟੋਰੀਆਂ ਜਿਹੜੀਆਂ YouTube ਤੇ Facebook ਤੇ ਪਾਈਆਂ ਔਰ ਉਹ 100 ਸਟੋਰੀਆਂ ਲੋਕਾਂ ਨੂੰ ਬੜੀਆਂ ਅੱਛੀਆਂ ਲੱਗੀਆਂ। ਸਾਡੇ ਨਾਲ ਸੰਜੇ ਟੰਡਨ ਜੀ ਆ, ਪ੍ਰਿਆ ਟੰਡਨ ਜੀ ਆ, ਉਹਨਾਂ ਨਾਲ ਗੱਲਬਾਤ ਕਰਦੇ ਆ, ਜਾਣਦੇ ਆ ਵੀ ਇਹਨਾਂ ਨੂੰ ਇਹ ਸ਼ਕਤੀ ਕਿਹਨੇ ਦਿੱਤੀ, ਕਿੱਦਾਂ ਇਹਨਾਂ ਨੂੰ ਇਹ ਲੱਗਿਆ ਵੀ ਨਹੀਂ ਯਾਰ ਆਪਾਂ ਨੂੰ ਲੋਕਾਂ ਨੂੰ ਵੀ ਮੋਟੀਵੇਟ ਕਰਨਾ ਚਾਹੀਦਾ, ਜਿਹੜਾ ਇਹ ਮਾੜਾ ਟਾਈਮ ਹੈ ਇਹ ਨਿਕਲ ਜਾਏਗਾ। ਟੰਡਨ ਸਾਹਿਬ ਮੇਰਾ ਕੁਐਸਚਨ ਇਹੀ ਹੈ ਵੀ ਤੁਹਾਨੂੰ ਕਿੱਦਾਂ ਲੱਗਿਆ ਵੀ ਕਿਉਂਕਿ ਜਿਸ ਟਾਈਮ ਲੋਕੀ ਆਪਣੇ ਬਚਾਵ ਲਈ ਭੱਜ ਰਹੇ ਸੀ, ਤੁਹਾਨੂੰ ਇਹ ਕਿੱਦਾਂ ਲੱਗਿਆ ਵੀ ਨਹੀਂ ਯਾਰ ਇਸ ਸਮੇਂ ਆਪਾਂ ਦੂਜਿਆਂ ਲਈ ਵੀ ਮੋਟੀਵੇਸ਼ਨ ਦੇ ਸਟੰਪ ਬਣ ਸਕਦੇ ਆ, ਮੋਟੀਵੇਸ਼ਨ ਕਰ ਸਕਦੇ ਆ? ਦੇਖੋ, ਜਿਹੜਾ ਇੱਕ ਬੜਾ ਮਾੜਾ ਦੌਰ ਸੀਗਾ, ਪਹਿਲੀ ਵਾਰੀ ਸਾਡੇ ਜੀਵਨ ਕਾਲ ਦੇ ਵਿੱਚ ਤੇ ਇਹ ਚੀਜ਼ ਦੇਖਣ ਨੂੰ ਮਿਲੀ ਕਿ ਲੋਕਾਂ ਨੂੰ ਐਸੀ ਇੱਕ ਮਹਾਮਾਰੀ ਦਾ ਸਾਹਮਣਾ ਕਰਨਾ ਪਿਆ। ਉਸ ਮਹਾਮਾਰੀ ਦੇ ਵਿੱਚ ਸਾਰੇ ਲੋਕੀ ਘਰ 'ਚ ਕੈਦ ਹੋ ਗਏ। ਜਿਹਦੇ ਨਾਲ ਫੋਨ ਦੇ ਉੱਤੇ ਗੱਲ ਕਰਦੇ ਸੀਗੇ, ਬਾਤ ਕਰਦੇ ਸੀਗੇ, ਉਹਨਾਂ ਤੋਂ ਪਤਾ ਲੱਗਦਾ ਸੀਗਾ ਲੋਕ ਬੜੇ ਘਰ 'ਚ ਬੈਠੇ ਨਾ, ਜਿਸ ਤਰ੍ਹਾਂ ਡਿਪਰੈਸ਼ਨ ਹੋ ਰਿਹਾ ਸੀਗਾ। ਤੇ ਮੈਂ ਤੇ ਪ੍ਰਿਆ ਨੇ ਅਸੀਂ ਮਿਲ ਕੇ ਅਸੀਂ 7 ਕਿਤਾਬਾਂ ਕਹਾਣੀਆਂ ਦੀਆਂ ਲਿਖੀਆਂ, ਜਿਹਦੇ ਵਿੱਚ ਸਨਰੇਜ਼ ਫॉर ਸੰਡੇ, ਸਨਰੇਜ਼ ਫॉर ਮੰਡੇ, ਇਸ ਤਰ੍ਹਾਂ ਕਰਕੇ ਸਨਰੇਜ਼ ਫॉर ਸੈਟਰਡੇ ਤੱਕ 7 ਕਿਤਾਬਾਂ ਲਿਖੀਆਂ। ਹਰ ਕਿਤਾਬ 'ਚ 52 ਕਹਾਣੀਆਂ। ਤੇ ਅਸੀਂ ਇੱਕ ਦਿਨ ਬੈਠੇ ਜੀ ਗੱਲ ਕਰ ਰਹੇ ਸੀਗੇ ਕਿ ਹੁਣ ਕਹਾਣੀਆਂ ਦੀਆਂ ਕਿਤਾਬਾਂ ਤੇ ਇਸ ਵੇਲੇ ਕਿਸੇ ਨੂੰ ਭੇਜਣਾ ਵੀ ਬੜਾ ਮੁਸ਼ਕਿਲ ਹੈ ਕਿਉਂਕਿ ਲੋਕਡਾਊਨ ਹੈ। ਤੇ ਅਸੀਂ ਕਿਉਂ ਨਾ ਇਲੈਕਟ੍ਰੋਨਿਕ ਮੀਡੀਆ ਦਾ ਕੁਝ ਇਸਤੇਮਾਲ ਕਰੀਏ। ਤੇ ਅਸੀਂ ਕਹਾਣੀ ਜਿਹੜੀ ਹੈਗੀ ਆ ਲਿਖੀਆਂ ਦੀਆਂ, ਚੱਲ ਅਸੀਂ ਉਹ ਕਹਾਣੀਆਂ ਨੂੰ ਡਿਸਕਸ ਕਰਦੇ ਹਾਂ। ਤੇ ਉਹ ਸਾਡੀ ਬਹੂ ਨੇ ਉਹਨੇ ਕੈਮਰਾ ਲਾ ਦਿੱਤਾ। ਅਸੀਂ ਪਹਿਲੀ ਕਹਾਣੀ ਜੀ ਇੱਥੇ ਬੈਠੇ ਹੋਏ ਅਸੀਂ ਆਪਸ 'ਚ ਡਿਸਕਸ ਕੀਤੀ। ਉਹ ਕਹਾਣੀ ਕੋਈ 9-10 ਮਿੰਟ ਦੀ ਕਹਾਣੀ ਬਣੀ ਪਹਿਲੀ। ਅਸੀਂ ਕਿਹਾ ਵੀ ਇਹਨੂੰ ਅਸੀਂ ਉਹਦੇ ਉੱਤੇ ਪਾ ਦਿੱਤਾ, ਫੇਸਬੁੱਕ ਦੇ ਉੱਤੇ, YouTube ਤੇ ਪਾ ਦਿੱਤਾ। ਸ਼ਾਮ ਤੱਕ ਲੋਕਾਂ ਦੇ ਬੜੇ ਮੈਸੇਜ ਆਏ ਕਿ ਯਾਰ ਇਹ ਤਾਂ ਬੜਾ ਵਧੀਆ ਹੈ, ਸਾਨੂੰ ਸੁਣ ਕੇ ਬੜਾ ਅੱਛਾ ਲੱਗਿਆ। ਫਿਰ ਅਸੀਂ ਉਹ 'ਤੇ ਦਿਮਾਗ ਲਗਾਉਣਾ ਸ਼ੁਰੂ ਕੀਤਾ। ਹੌਲੀ ਹੌਲੀ ਅਸੀਂ ਮਾਈਕ ਖਰੀਦਿਆ, ਹੌਲੀ ਹੌਲੀ ਅਸੀਂ ਉਹਦਾ ਇਹ ਜਿਹੜਾ ਟਰਾਈਪੋਡ ਜਿਹੜਾ ਹੈਗਾ ਵੈ ਉਹ ਲਗਾਇਆ, ਕਿਉਂਕਿ ਇੱਕ ਹੋਮ ਪ੍ਰੋਡਕਸ਼ਨ ਹੀ ਹੈਗੀ, ਸਾਡੇ ਕੋਲ ਕੋਈ ਸਟੂਡੀਓ ਜਾਂ ਕੋਈ ਇਹੋ ਜਿਹੀ ਚੀਜ਼ ਤਾਂ ਹੈਗੀ ਨਹੀਂ ਸੀ। ਫਿਰ ਉਹ ਕਰਦੇ ਕਰਦੇ ਅਸੀਂ ਉਹਨੂੰ ਸਾਰਿਆਂ ਨੇ ਕਿਹਾ ਵੀ ਉਹ 9-10 ਮਿੰਟ ਬੜੇ ਜ਼ਿਆਦਾ ਹੁੰਦੇ ਆ, ਤੁਸੀਂ ਇਹਨੂੰ 4-5 ਮਿੰਟ 'ਤੇ ਲਿਆਓ। ਫਿਰ ਅਸੀਂ ਕਹਾਣੀਆਂ ਦੇ ਉਹਨੂੰ ਸਕ੍ਰਿਪਟ ਨੂੰ ਵੀ ਥੋੜ੍ਹਾ ਰਿਵਾਈਜ਼ ਕੀਤਾ ਅਤੇ ਉਹਨੂੰ ਇੱਥੇ ਰਿਕਾਰਡ ਕਰਕੇ ਫਿਰ ਪ੍ਰਿਆ ਉਹਨਾਂ ਦੀ ਇਹ ਸਾਰੇ ਸਟੋਰੀਜ਼ ਨੂੰ ਉਹਨਾਂ ਨੂੰ ਐਡਿਟ ਕਰਦੀ ਸੀਗੀ। ਅਤੇ ਪਹਿਲੇ ਜਿਹੜੇ 40 ਦਿਨ ਦਾ ਲੋਕਡਾਊਨ ਸੀ ਉਹਨਾਂ 'ਚ 36 ਦਿਨ ਅਸੀਂ 26 ਮਾਰਚ ਨੂੰ ਸ਼ੁਰੂ ਕੀਤਾ। 36 ਦਿਨ ਤੱਕ ਅਸੀਂ ਰੋਜ਼ ਇੱਕ ਕਹਾਣੀ ਅਪਲੋਡ ਕਰਦੇ ਗਏ। ਜਿਸ ਵੇਲੇ ਲੋਕਡਾਊਨ ਖੁੱਲ੍ਹਿਆ ਅਸੀਂ ਕੁਝ ਲੋਕਾਂ ਨੂੰ ਕਿਹਾ ਯਾਰ ਹੁਣ ਲੋਕਡਾਊਨ ਖੁੱਲ੍ਹ ਗਿਆ ਅਤੇ ਹੁਣ ਅਸੀਂ ਇਹਨੂੰ ਬੰਦ ਕਰ ਦਈਏ। ਲੋਕਾਂ ਨੇ ਕਿਹਾ ਵੀ ਇਹ ਤਾਂ ਐਡਾ ਚੰਗਾ ਤੁਸੀਂ ਕੰਮ ਕਰ ਰਹੇ ਸੀਗੇ ਅਤੇ ਤੁਸੀਂ ਇਹਨੂੰ ਜਿਹੜਾ ਹੈਗਾ ਜਾਰੀ ਰੱਖੋ। ਫਸਟ ਲੋਕਡਾਊਨ ਦੀ ਗੱਲ ਕਰ ਰਹੇ ਹੋ? ਫਸਟ ਲੋਕਡਾਊਨ। ਅਤੇ ਉਹ ਫਿਰ ਅਸੀਂ ਕੀ ਕੀਤਾ ਕਿ ਅਸੀਂ ਉਹਨੂੰ ਰੋਜ਼ ਦੀ ਬਜਾਏ ਅਸੀਂ ਫਿਰ ਇਤਵਾਰ ਦੇ ਇਤਵਾਰ ਸਟੋਰੀ ਪਾਉਣੀ ਸ਼ੁਰੂ ਕੀਤੀ। ਅਤੇ ਜਿਹੜਾ ਹੈਗਾ ਹੁਣ ਜਿਹੜਾ 26 ਮਾਰਚ ਨੂੰ ਸਾਨੂੰ 1 ਸਾਲ ਹੋ ਗਿਆ ਸੀਗਾ, ਲੇਕਿਨ ਕਹਾਣੀ 100ਵੀਂ ਕਹਾਣੀ ਜਿਹੜੀ ਹੈ ਉਹ ਅੱਜ ਸਵੇਰੇ ਅਸੀਂ 100ਵੀਂ ਕਹਾਣੀ ਆਪਣੇ ਸਾਰੇ ਸਿਸਟਮ 'ਚ ਸੋਸ਼ਲ ਮੀਡੀਆ ਦੇ ਵਿੱਚ ਪਾਈ ਹੈ। 100ਵੀਂ ਕਹਾਣੀ ਜਿਹੜਾ ਥੋੜ੍ਹੀ ਸਪੈਸ਼ਲ ਹੈ ਕਿਉਂਕਿ ਅਸੀਂ ਹੁਣ ਤੱਕ ਸਾਰੀਆਂ ਕਹਾਣੀਆਂ 'ਚ ਅਸੀਂ ਦੋਨੋਂ ਜਿੰਨੇ ਹੀ ਗੱਲਬਾਤ ਕਰ ਰਹੇ ਹੁੰਦੇ ਹਾਂ। 100ਵੀਂ ਕਹਾਣੀ 'ਚ ਸਾਡੀ ਪੋਤੀ ਨੇ ਵੀ ਨਾਲ ਜਿਹੜੀ ਹੈ ਉਹਨੇ ਵੀ ਕਹਾਣੀ ਦੀ ਜਿਹੜੀ ਸਾਡੀ 1.5 ਸਾਲ ਦੀ ਪੋਤੀ ਹੈ ਉਹਨੇ ਵੀ ਕਹਾਣੀ 'ਚ ਹਿੱਸਾ ਲਿੱਤਾ ਅਤੇ ਅਸੀਂ ਇੱਕ ਨਵੀਂ ਵੇਰੀਏਸ਼ਨ ਦੇਣ ਦੀ ਕੋਸ਼ਿਸ਼ ਕੀਤੀ। ਪ੍ਰਿਆ ਮੈਡਮ, ਜਿੱਦਾਂ ਸੰਜੇ ਟੰਡਨ ਜੀ ਨੇ ਕਿਹਾ ਵੀ ਐਡਿਟ ਦਾ ਜਿਹੜਾ ਕੰਮ ਸੀਗਾ ਉਹ ਤੁਸੀਂ ਕਰ ਰਹੇ ਸੀਗੇ, ਕੀ ਕੋਈ ਸਪੈਸ਼ਲ ਕੋਰਸ ਕੀਤਾ ਇਸ ਦੇ ਲਈ ਕੀਤਾ ਹੋਇਆ ਸੀਗਾ ਜਾਂ ਉਸ ਟਾਈਮ ਕੋਈ ਟ੍ਰੇਨਿੰਗ ਲਿੱਤੀ? ਕਿਸ ਤਰ੍ਹਾਂ ਮਤਲਬ ਕਿ ਤੁਸੀਂ ਐਡਿਟ ਕਿੱਦਾਂ, ਮਤਲਬ ਦੇਖੋ ਐਡਿਟ ਇੱਕ ਪ੍ਰੋਫੈਸ਼ਨਲ ਮਤਲਬ ਕਿ ਲੋਕ ਕਰਦੇ ਆ, ਸਾਡੇ ਕੋਲ ਵੀ ਸਾਡੇ ਚੈਨਲ 'ਚ ਵੀ ਪ੍ਰੋਫੈਸ਼ਨਲ ਲੋਕ ਆ, ਉਹ ਬੜਾ ਮੁਸ਼ਕਿਲ ਜਿਹਾ ਕੰਮ ਹੈ, ਇਹ ਤੁਸੀਂ ਕਿੱਦਾਂ ਕਰਦੇ ਸੀਗੇ? हमारी जो बहू है ना जी, वो ऐसे एडिटिंग फ़ोन पे करती थी, क्योंकि जैसे बच्चे अपनी छोटी छोटी वीडियोस बना के इंस्टाग्राम पे शेयर करते हैं तो उसको थोड़ा सा आता था। उसने मुझे सिखाया
मैंने उसी से सीखा। तो पहले जो पहली पहली वीडियोस हैं उनकी एडिटिंग मैं आज देखती हूँ तो मुझे खुद को शर्म आती है कि वेरी बैड एडिटिंग। लेकिन अब वो कर कर के जैसे एक्सपीरियंस हो गया, तो अब मुझे लगता है कि थोड़ी सी एडिटिंग की क्वालिटी इम्प्रूव हो गई है। कोर्स मैंने कोई नहीं किया, बस थोड़ा कर कर के ही सीख लिया। और अभी रिसेंटली आईपैड पे एडिटिंग करनी स्टार्ट करी है, लेकिन साल सवा साल तो आईफोन पे ही शूट करके आईफोन पे ही हम एडिट करते रहे। जैसे टंडन जी ने बताया भी, आप जो पहली स्टोरी थी वो 9-10 मिनट की बनी, और लोगों ने जो रिएक्शन दिया वो ये दिया भी यार स्टोरी जो है वो 3-4 मिनट की होनी चाहिए। तो टंडन जी ने जैसे कहा भी आप उस स्टोरी को पहले लिखते थे भी हाँ यार डिस्कस करना है, इसको राइट कर लें, राइट लिख लें भी हाँ इसमें से कौन से पॉइंट उठाने चाहिए तो इसमें तो काफ़ी टाइम लगता होगा आपकी स्टोरी, ऐसा तो हो नहीं सकता भी हाँ यार 3-4 मिनट ही लगे आपने। उसमें ऐसे है ना जी, स्टोरी लिखी नहीं, क्योंकि स्टोरीज तो पहले ही लिखी हुई थी बुक्स में। तो हर स्टोरी के अंदर मार्क कर लिया कि ये वाला पॉइंट बोलना है। स्क्रिप्ट नहीं लिखी हमने, बस वर्बली डिस्कस किया कि ये आपने बोलना है, ये मैंने बोलना है। और फिर बोलते बोलते रिकॉर्ड करते कई बार 15 मिनट की भी हो जाती, फिर उसको एडिट करके कट करके अंडर 5 मिनट्स पे लेके आए। तो टोटल कितना टाइम आप मतलब कि डिवोट कर रहे थे इस पूरी स्टोरीज पे? आप कितना मतलब कि आप टाइम लगा कर चलें, डेली आपका कितना टाइम लग रहा था? मेरा तो बहुत टाइम लग रहा था, क्योंकि सारी चीज़ को पहले मेंटली प्लान करना, फिर उसके सेट को प्लान करना। थोड़ा सा मुझे शौक है कि कपड़े भी अच्छी तरह से मैच होने चाहिए, तो वो सब चीज़ को प्लान करना। बाकी संजय जी तो और कई काम कर रहे थे, जो ये विडो का मंथली राशन स्कीम और मास्क वगैरह बांट रहे थे। तो ये तो बिल्कुल टाइम पे आके और अपना रिकॉर्डिंग करके चले जाते हैं। उसके बाद फिर मैं एडिटिंग करती हूँ। तो मेरा तो शुरू में 4 घंटे के करीब डेली लग रहे थे। तो आपका जो घर का काम है वो भी साथ साथ वो भी, साथ साथ वो तो घर के काम तो चलते ही हैं जी, घर के काम रुकते थोड़ी हैं, उसके साथ साथ सब कुछ ही। आप टाइम निकाल पा रहे थे? 4 घंटे बहुत बड़े ज़्यादा हो जाते हैं अभी, हाँ यार डेली रूटीन में से हट के 4 घंटे निकालना। हाँ जी। अब लगता है कि पता नहीं कैसे कर लिया, लेकिन उस वक्त शायद एक जुनून था या शौक था, तो हो गया। उसके साथ इन्होंने जो हमारे को सरोपे और पटके मिलते हैं ना, जहाँ हम लोग जाते हैं, आपने देखा होगा, बिल्कुल सर। तो वो एक घर में अलमारी भरी पड़ी थी हाँ जी। सरोपों से। तो उस समय तो कोई बाजार में मास्क मिलते ही नहीं थे, सिर्फ ये जो डॉक्टर्स वगैरह लगाते थे, क्योंकि अचानक कोरोना की अनाउंसमेंट हुई। इसने आइडिया बना ये निकाला कि ये सारे सरोपे निकाले। इसने खुद टेलरिंग का कोर्स किया हुआ है। इसने वो सारे सरोपे काट काट के उनके जो है मास्क जो है, तो हमारे यहाँ पे जो घर में लड़की जो काम करती है वो थोड़ा सिलाई भी कर लेती है, उसके साथ इसने मास्क बनाने का वो शुरू कर दिया। फिर हमने उसकी डिस्ट्रीब्यूशन शुरू करी। वो दैट वाज हर आइडिया। तो हमने एक दिन टेबल पे बैठ के, मेरे को भी इसने सिखाया कि कैंची कैसे चलानी है। नहीं मैडम तो ये भी कह रहे हैं सर, आपने तो और भी बड़ा मतलब सिर्फ ये मोटिवेशन स्टोरीज नहीं है, मुझे आप लोगों के राशन भी बांट रहे थे, आप लोगों को हमने तो चप्पलें तक बांटी, जो प्रवासी यहाँ से जा रहे थे उनके लिए चने, उनके लिए खाने का सामान, उनको मास्क देना, सैनिटाइज़र देना। फिर हमने अभी तो ये सेकंड वेव में तो हमने कोविड हॉस्पिटल भी चालू किया, इंदिरा हॉलीडे होम में 50 बेड का, और लगभग कोई 150 से 200 के करीब जो पेशेंट्स को हमने वहाँ पे उनको थोड़ी सी राहत दे पाए। उसके साथ ही साथ हमने स्टूडेंट्स की मदद के लिए हमने कंप्यूटर्स उनके घरों में, जो हमारा कॉल सेंटर है, तो जो जो कॉल सेंटर में कंप्यूटर्स नहीं वर्केबल होते, तो हमने उनको बच्चों को वो बांट दिया। तो हमने कोशिश करी कि जैसे हमने घर से ये शुरू किया मास्क बनाने का। फिर मैंने सारे यहाँ पे टेलर्स के साथ कांटेक्ट किया, क्योंकि टेलर सब घर में बैठे थे लॉकडाउन में, काम उनके पास था नहीं, और उनका डेली उनकी जो आमदन से ही वो अपना घर चलाते थे। तो वो सारे लोग बड़े परेशान ਸੀਗੇ उस वेले। मैं उन्होंने फ़ोन ਦੇ ਉੱਤੇ ਕਰਕੇ ਆਪਾਂ ਲਿਸਟ ਬਣਾਈ। ਫਿਰ ਮੈਂ ਕੀਤਾ ਸਾਰੇ ਕੱਪੜੇ ਵਾਲਿਆਂ ਨੂੰ ਟੈਲੀਫੋਨ। ਕੱਪੜੇ ਵਾਲਿਆਂ ਨੂੰ ਕਿਹਾ ਕਿ ਤੁਸੀਂ ਆਪਣੀ ਦੁਕਾਨ 'ਚੋਂ 2-2 ਥਾਨ
ਕਾਟਨ ਦੇ ਥਾਨ ਦਿਓ। ਫਿਰ ਉੱਥੋਂ ਅਸੀਂ ਉਹਨਾਂ ਦੇ, ਕਿਉਂਕਿ ਮੇਰੇ ਕੋਲ ਉਹ ਪਾਸ ਸੀਗਾ, ਮੈਂ ਉਹਨੂੰ ਜਾਂਦਾ ਸੀ, ਉਹਨਾਂ ਨੂੰ ਘਰੋਂ ਪਿਕ ਕਰਨਾ ਆਪਣੀ ਗੱਡੀ 'ਚ, ਉਹਨਾਂ ਦੀ ਦੁਕਾਨ 'ਤੇ ਲਿਜਾਣਾ, ਉਹਨਾਂ ਤੋਂ 2 ਥਾਨ ਲੈਣੇ, ਫਿਰ ਇੱਕ ਇੱਕ ਥਾਨ ਇੱਕ ਇੱਕ ਜਿਹੜਾ ਦਰਜੀ ਨੂੰ ਦੇਣਾ, ਉਹਨੂੰ ਕਹਿਣਾ ਤੂੰ ਇਹਨੂੰ ਬਣਾ। 3 ਰੁਪਏ ਪਰ ਮਾਸਕ ਮੈਂ ਦਰਜੀਆਂ ਨੂੰ ਪੇ ਕਰਦਾ ਸੀਗਾ। ਰੋਜ਼ ਅਸੀਂ ਕੋਈ 40 ਦਰਜੀਆਂ ਨੂੰ ਥਾਨ ਡਿਲੀਵਰ ਕਰਦੇ ਸੀ ਅਤੇ ਰੋਜ਼ ਬਣੇ ਹੋਏ ਵਾਪਸ ਲੈਂਦੇ ਸੀ, ਰੋਜ਼ ਉਹਨਾਂ ਨੂੰ ਪੇਮੈਂਟ ਕਰਦੇ ਸੀ। ਫਿਰ ਉਹਦੇ ਪੈਕਟ ਬਣਾ ਕੇ ਅਸੀਂ 4-4 ਮਾਸਕ ਅਤੇ ਇੱਕ ਸੈਨੀਟਾਈਜ਼ਰ ਦੇ ਪੈਕਟ ਬਣਾ ਕੇ ਜਿੰਨੇ ਸ਼ਹਿਰ 'ਚ ਆਪਣੇ ਦੋਸਤ ਮਿੱਤਰ ਜਾਣਕਾਰ ਸੀਗੇ, ਅਸੀਂ ਉਹਨਾਂ ਨੂੰ ਸਾਰਿਆਂ ਨੂੰ ਘਰੋਂ ਘਰੀ ਭੇਜਿਆ ਕਿ ਵੀ ਜਿਸਲੇ ਬਾਹਰ ਨਿਕਲਣਗੇ ਤੇ ਇੱਕਦਮ ਮਾਸਕ ਤੇ ਮਿਲੇਗਾ ਨਹੀਂ, ਤੇ ਕਮ ਸੇ ਕਮ ਉਹਨਾਂ ਦੀ ਤਿਆਰੀ ਹੋ ਸਕੇ, ਤੇ ਉਹ ਵਾਸ਼ੇਬਲ ਘਰ ਦੇ ਕੱਪੜੇ ਵਰਗੇ ਹੀ ਮਾਸਕ ਸਾਰੇ ਅਸੀਂ ਵੰਡੇ। ਟੰਡਨ ਸਾਹਿਬ, ਮੈਨੂੰ ਗੱਲ ਸਮਝ ਨਹੀਂ ਆਈ। ਮੈਨੂੰ ਇੱਕ ਗੱਲ ਦੱਸੋ, ਸੋਨੂੰ ਕਿਸੇ ਨੇ ਰੋਕਿਆ ਨਹੀਂ? ਐਦਾਂ ਹੋ ਨਹੀਂ ਸਕਦਾ, ਕਿਉਂਕਿ ਮਹਾਮਾਰੀ ਇੰਨੀ ਜ਼ਬਰਦਸਤ ਸੀਗੀ, ਇੰਨਾ ਬੁਰਾ ਹਾਲ ਸੀਗਾ, ਲੋਕੀ ਇੰਨੇ ਜ਼ਿਆਦਾ ਘਬਰਾਏ ਹੋਏ ਸੀਗੇ ਵੀ ਪਤਾ ਨਹੀਂ ਚੱਲ ਰਿਹਾ ਸੀ ਕੀ ਹੋ ਜਾਣਾ। ਔਰ ਉਸ ਟਾਈਮ ਤੁਸੀਂ ਇਹ ਸਾਰੇ ਕੰਮ ਕਰ ਰਹੇ ਸੀ, ਲੋਕਾਂ ਦੇ ਵਿੱਚ ਜਾ ਰਹੇ ਸੀਗੇ, ਤੇ ਸੋਨੂੰ ਤੁਹਾਡੀ ਫੈਮਿਲੀ ਵਾਲਿਆਂ ਨੇ ਰੋਕਿਆ ਨਹੀਂ ਵੀ ਹਾਂ ਯਾਰ ਇਸ ਤੋਂ ਆਪਾਂ ਦੂਰ ਰਹੀਏ, ਕਿਉਂ ਆਪਾਂ ਇਹ ਕੰਮ ਕਰਦੇ ਹਾਂ, ਜਦ ਆਪਾਂ ਸ਼ਿਕਾਰ ਹੋ ਗਏ ਤਾਂ ਸਾਨੂੰ ਕੌਣ ਬਚਾਏਗਾ? ਜਾਂ ਸੋਨੂੰ ਕੋਈ ਐਜੀ ਜਿਹੀ ਫੀਲਿੰਗ, ਜਾਂ ਤੁਹਾਨੂੰ ਫੈਮਿਲੀ ਇੱਦਾਂ ਹੋ ਨਹੀਂ ਸਕਦਾ? ਤੁਹਾਡੇ ਵੱਲੋਂ ਜਾਣਨਾ ਚਾਹੁੰਦਾ ਵੀ ਰਿਐਲਿਟੀ ਕੀ ਸੀ। ਦੇਖੋ, ਰਿਐਲਿਟੀ ਤਾਂ ਇਹ ਹੈ ਕਿ ਘਰ ਦੇ ਵਿੱਚ ਜਿਹੜਾ ਬੱਚਿਆਂ ਦਾ, ਬੀਵੀ ਦਾ, ਮਦਰ ਦਾ, ਉਹਨਾਂ ਦਾ ਤੇ ਇਸ ਤਰ੍ਹਾਂ ਇਹ ਸੋਚਦੇ ਹੀ ਸੀਗੇ। ਅਸੀਂ ਬਾਹਰੋਂ ਆਉਂਦੇ ਸੀ ਤੇ ਸਾਨੂੰ ਕਿਹਾ ਜਾਂਦਾ ਸੀਗਾ ਜੀ ਘਰ ਦੇ ਪਿੱਛੋਂ ਆਓ, ਪਿੱਛੋਂ ਆ ਕੇ ਪਹਿਲੇ ਸਿੱਧਾ ਬਾਥਰੂਮ 'ਚ ਜਾਓ, ਆਪਣੇ ਸਾਰੇ ਆਪਣਾ ਕੱਪੜੇ ਬਦਲੋ, ਸ਼ਾਵਰ ਲਵੋ, ਫਿਰ ਫਰੈਸ਼ ਹੋ ਕੇ ਆਪਣਾ ਫੇਰ ਬੈਠੋ, ਬੱਚਿਆਂ ਤੋਂ ਤੇ ਬਜ਼ੁਰਗਾਂ ਤੋਂ ਥੋੜ੍ਹਾ ਦੂਰ ਰਵੋ। ਇਹ ਸਾਰੀਆਂ ਚੀਜ਼ਾਂ ਮੇਨਟੇਨ ਕਰਨੀਆਂ ਪਈਆਂ। ਹੁਣ ਘਰ ਦੇ ਵਿੱਚ ਬਾਹਰ ਸਾਰੇ ਕੋਈ ਜੁੱਤੇ ਵੀ ਤੁਸੀਂ ਦੇਖੇ ਹੋਣਾ ਬਾਹਰ ਉਤਾਰਨ ਦਾ, ਇਹ ਸਾਰਾ ਇਹਦੇ ਦੌਰਾਨ ਹੀ ਸ਼ੁਰੂ ਹੋਇਆ। ਅਤੇ ਦਹਿਸ਼ਤ ਤੇ ਇੱਕ ਜਿਹੜੀ ਹੈਗੀ ਆ ਪੂਰੇ ਦੇਸ਼ ਹੀ ਨਹੀਂ ਦੁਨੀਆ ਦੇ ਵਿੱਚ ਦਹਿਸ਼ਤ ਹੋ ਗਈ ਸੀਗੀ, ਅਤੇ ਘਰਾਂ ਦੇ ਵਿੱਚ ਤੇ ਹੋਣੀ ਲਾਜ਼ਮੀ ਹੈ। ਲੇਕਿਨ ਇੱਕ ਜ਼ਿੰਮੇਵਾਰ ਪਬਲਿਕ ਮੈਨ ਦੇ ਨਾਤੇ ਸਾਡੀ ਜ਼ਿੰਮੇਵਾਰੀ, ਜਿੱਥੇ ਅਸੀਂ ਹਸਪਤਾਲਾਂ 'ਚ ਲੋਕਾਂ ਨੂੰ ਬੈੱਡ ਦਿਵਾਉਣਾ, ਜਿੱਥੇ ਕਿਸੇ ਦੀ ਕਿਰਿਆਕਰਮ ਵਾਸਤੇ ਅਸੀਂ ਕਿੰਨਾ ਸ਼ਮਸ਼ਾਨ ਘਾਟ ਦੇ ਵਿੱਚ ਵੀ ਉੱਥੇ ਉਹਨਾਂ ਦੀ ਮੇਨਟੇਨੈਂਸ ਵਾਸਤੇ ਕੰਮ ਕਰਨਾ, ਨਾਲ ਦੇ ਨਾਲ ਮਾਸਕ ਪਹੁੰਚਾਉਣਾ, ਸੈਨੀਟਾਈਜ਼ਰ ਪਹੁੰਚਾਉਣਾ, ਨਾਲ ਲੋਕਾਂ ਨੂੰ ਇਹ ਕਹਾਣੀ ਜਿਹੜੀ ਹੈਗੀ ਹੈ ਇੱਕ ਉਹ ਸੁਣਾਉਣ ਦਾ ਨਾਲ ਕੰਮ ਕਰਨਾ। ਫਿਰ ਉਸ ਦੇ ਨਾਲ ਜਿਹੜੇ ਪ੍ਰਵਾਸੀ ਜਾ ਰਹੇ ਸੀਗੇ, ਅਸੀਂ ਉਹਨਾਂ ਵਾਸਤੇ ਪੂਰਾ ਸਮਾਨ, ਤਾਂ ਕਿ ਇੱਥੋਂ ਉਹਨਾਂ ਨੂੰ 2 ਦਿਨ ਲੱਗ ਜਾਣ ਅਤੇ ਰਸਤੇ 'ਚ ਕਿਤੇ ਭੁੱਖੇ ਨਾ ਰਹਿਣ, ਉਹਨਾਂ ਨੂੰ ਸਮਾਨ ਦੇਣਾ। ਉਹਦੇ ਨਾਲ ਅਸੀਂ ਕੋਈ ਬੀਜੇਪੀ ਦੇ ਸਾਰੇ ਆਪਣੇ ਕਾਰਜਕਰਤਾ 52 ਕਿਚਨ ਚਲਾ ਰਹੇ ਸੀਗੇ। ਅਸੀਂ ਜਾ ਕੇ ਕਿਚਨ ਦੀ ਵੀ ਇੰਸਪੈਕਸ਼ਨ ਕਰਨਾ ਵੀ ਉੱਥੇ ਕੰਮ ਠੀਕ ਚੱਲ ਰਿਹਾ, ਉੱਥੋਂ ਬਣਾ ਕੇ ਖਾਣਾ ਲੋਕਾਂ ਦੇ ਘਰਾਂ ਤੱਕ ਉਹ ਖਾਣਾ ਡਿਲੀਵਰ ਕਰਾਉਣਾ। ਇਹ ਸਾਰਾ ਪਹਿਲੇ ਫੇਸ ਦੇ ਵਿੱਚ ਇਹ ਕੰਮ ਸ਼ੁਰੂ ਹੋਇਆ। ਫਿਰ ਹੁਣ ਉਸ ਤੋਂ ਬਾਅਦ ਜਿਸ ਲਈ ਵੈਕਸੀਨੇਸ਼ਨ ਆ ਗਈ, ਫਿਰ ਵੈਕਸੀਨੇਸ਼ਨ ਦੇ ਕੈਂਪ ਲਗਾਉਣੇ ਸ਼ੁਰੂ ਕਰ ਦਿੱਤੇ। ਫਿਰ ਮੈਂ ਉੱਥੇ ਅਭੀ ਸਟੇਡੀਅਮ ਦੇ ਵਿੱਚ ਤੁਸੀਂ ਆਏ ਸੀਗੇ ਸ਼ਾਇਦ ਉਸ ਦਿਨ, ਅਤੇ ਸਟੇਡੀਅਮ ਦੇ ਵਿੱਚ ਅਸੀਂ ਕੈਂਪ ਲਾਇਆ। ਸਾਡਾ ਕਾਲ ਸੈਂਟਰ ਹੈਗਾ, ਉੱਥੇ ਕੈਂਪ ਲੱਗੇ, ਸਾਡੇ ਦਫ਼ਤਰ 'ਚ ਲੱਗੇ, ਅਸੀਂ ਬੈਂਕਾਂ 'ਚ ਕੈਂਪ ਲਗਾਏ। ਹੁਣ ਕੋਸ਼ਿਸ਼ ਕਰਕੇ ਮੋਟੀਵੇਟ ਕਰ ਰਹੇ ਹਾਂ ਸਾਰਿਆਂ ਨੂੰ। ਮੈਂ ਆਪਣੇ ਵੱਲੋਂ ਕਮ ਸੇ ਕਮ 4000 ਬੰਦਿਆਂ ਨੂੰ ਜਿਹੜੇ ਹੈਗੇ ਆ ਟੀਕਾ ਲਗਵਾਉਣ ਦਾ ਕੰਮ ਮੈਂ ਆਪਣੇ ਐਂਡ ਦੇ ਉੱਤੇ ਕਰ ਚੁੱਕਾ। ਫਿਰ ਉਹਦੇ ਨਾਲ ਕੀ ਹੈਗਾ ਕਿ ਇੱਕ ਇਹ ਆਇਆ ਕਿ ਜਿਹੜੇ ਬੱਚੇ ਜਿਹੜੇ ਹੈਗੇ ਆ ਲੇਬਰ ਕਲਾਸ ਦੇ ਜਿਹੜੇ ਬੱਚੇ ਹੈ, ਉਹਨਾਂ ਨੂੰ ਜਿਹੜਾ ਹੈਗਾ ਵੈ ਉਹਨਾਂ ਦੀ ਕਮਾਈ ਨਹੀਂ ਹੋ ਰਹੀ, ਕਿਉਂਕਿ ਜਿਸ ਵੇਲੇ ਕੰਮ ਰੁਕ ਗਏ ਤੇ ਉਹ ਲੇਬਰ ਤੇ ਹੈਂਡ ਟੂ ਮਾਊਥ ਹੁੰਦੀ ਹੈ ਨਾ, ਕਿ ਵੀ ਅੱਜ ਕੰਮ ਕੀਤਾ ਤੇ ਅੱਜ ਹੀ ਰੋਟੀ ਖਾਣੀ ਹੈ। ਅੱਛਾ, ਤੇ ਉਹਨਾਂ ਦੀ ਕੋਈ ਜਮ੍ਹਾਂ ਪੂੰਜੀ ਵੀ ਇੰਨੀ ਨਹੀਂ ਹੁੰਦੀ। ਤੇ ਉਹਨਾਂ ਵਾਸਤੇ ਅਸੀਂ ਇੱਕ ਆਪਣੀ ਫਾਊਂਡੇਸ਼ਨ ਵੱਲੋਂ ਹੁਣ ਅਸੀਂ ਉਹ ਤਿਆਰ ਕੀਤੇ ਨੇ ਸਕੂਲ ਕਿੱਟ। ਕੱਲ੍ਹ ਅਸੀਂ ਜਿਹੜੇ ਹੈਗੇ ਆ, ਅਸੀਂ 300 ਬੱਚੇ ਚੰਡੀਗੜ੍ਹ ਦੇ ਜਿਹੜੇ ਗੌਰਮੈਂਟ ਸਕੂਲਾਂ 'ਚ ਪੜ੍ਹ ਰਹੇ ਆ, ਉਹਨਾਂ ਦਾ ਪੂਰਾ ਖਰਚਾ, ਜਿਹਦੇ 'ਚ ਕਿੱਟ, ਉਹਨਾਂ ਦਾ ਸਕੂਲ ਬੈਗ, ਸਾਰੀਆਂ ਕਿਤਾਬਾਂ, ਕਾਪੀਆਂ, ਪੈਨਸਿਲ ਬਾਕਸ, ਵਾਟਰ ਬੋਟਲ ਅਤੇ ਨਾਲ ਲੰਚ ਦਾ ਉਹ ਟਿਫਨ ਬਾਕਸ, ਉਹ ਸਾਰਾ ਅਸੀਂ ਕੱਲ੍ਹ ਤੋਂ ਸ਼ੁਰੂ ਕਰ ਰਹੇ ਹੈਗੇ ਹਾਂ। ਰੋਜ਼ ਅਸੀਂ 25 ਬੱਚੇ ਇੱਕ ਸਕੂਲ, ਹਰ ਸਕੂਲ 'ਚ ਅਸੀਂ 25 ਬੱਚਿਆਂ ਦਾ ਕਰਕੇ, ਇਸ ਤਰ੍ਹਾਂ 12 ਸਕੂਲ ਉਹਨਾਂ ਨੇ ਸਾਨੂੰ ਸੁਜੈਸਟ ਕੀਤੇ। ਕੱਲ੍ਹ ਤੋਂ ਅਸੀਂ ਇਹ ਵੀ ਸ਼ੁਰੂ ਕਰਨ ਵਾਸਤੇ ਅਸੀਂ ਪਲਾਨ ਬਣਾ ਰਹੇ। ਤੋ
ਉਹਦੇ ਨਾਲ ਜਿਹੜੀ ਹੈਗੀ ਹੈ ਇਹ ਸਾਰੀਆਂ ਮੋਟੀਵੇਸ਼ਨ ਦਾ ਬੈਕ ਦੇ ਵਿੱਚ ਜਿਹੜੀ ਸਟਰੈਂਥ ਮੇਰੀ ਜਿਹੜੀ ਹੈ ਨਾ ਉਹ ਪ੍ਰਿਆ ਹੀ ਰਹੀ ਹੈ। ਔਰ ਉਸ ਸਟਰੈਂਥ ਦੇ ਹੁਣ ਦੇਖੋ ਜੀ, ਉਹ ਕਿਹਾ ਜਾਂਦਾ ਕਿ ਕੋਈ ਵੀ ਆਦਮੀ ਕੰਮ ਨਹੀਂ ਕਰ ਸਕਦਾ ਜਦ ਤੱਕ ਘਰ ਠੀਕ ਨਾ ਹੋਵੇ। ਔਰ ਇਹਨੇ ਵੀ ਸਾਰੀ ਆਪਣਾ ਉਹ ਲਿਖਤ ਦੇ ਵਿੱਚ ਇਹ ਚੀਜ਼ ਤਿਆਰ ਕਰਕੇ ਰੱਖਣੀ ਵੀ ਕਿਸ ਤਰ੍ਹਾਂ ਬੈਠਣਾ ਹੈ, ਕਿਹੜੇ ਕੱਪੜੇ ਪਾਣੇ ਹੈ, ਕਿਸ ਤਰ੍ਹਾਂ ਇਹ ਵਾਲੀ ਚੀਜ਼ ਵਿੱਚ ਰੱਖਣੀ। ਤੁਸੀਂ ਦੇਖਿਆ ਕਿ ਉਹ ਇੱਕ ਜਿਹੜਾ ਹੈਗਾ ਤੋਤਾ ਪਿੰਜਰੇ ਦੇ ਵਿੱਚ ਜਿਹੜਾ ਹੈਗਾ ਉਹ ਤੋਤੇ ਦੇ ਉੱਤੇ ਆਧਾਰਿਤ ਕਹਾਣੀ ਹੈ। ਤੇ ਕਿੱਥੋਂ ਪਿੰਜਰਾ ਲੱਭਿਆ ਇਹਨੇ, ਕਿੱਥੋਂ ਤੋਤਾ ਲੱਭਿਆ, ਮੈਨੂੰ ਨਹੀਂ ਪਤਾ। ਇਹਨੇ ਤਿਆਰੀ ਕਰਕੇ ਰੱਖਣੀ, ਅਸੀਂ ਅੱਧਾ ਘੰਟਾ ਲਗਾ ਕੇ ਅਸੀਂ ਆਪਸ 'ਚ ਡਿਸਕਸ ਕਰਨਾ। ਲੇਕਿਨ ਮੇਜਰ ਕੰਮ ਉਹਦੇ ਵਿੱਚ ਇਹਨੇ ਪ੍ਰਿਆ ਨੇ ਬੈਕਡੋਰ ਦੇ ਉੱਤੇ ਉਹ ਕੰਮ ਸੰਭਾਲਿਆ। ਮੈਨੂੰ ਵੀ ਪੂਰੀ ਜਿਹੜੀ ਸਪੋਰਟ ਘਰੋਂ ਮਿਲਦੀ ਹੈ ਤੇ ਤਾਂ ਹੀ ਮੈਂ ਬਾਹਰ ਕੰਮ ਕਰ ਪਾਉਂਦਾ। ਤੋ ਅਸੀਂ ਪਿੱਛੇ ਇੱਕ ਉਹਦਾ ਉਹ ਹਵਨ ਦਾ ਕਿਸ ਤਰ੍ਹਾਂ ਕੀਤਾ ਸੀ, ਉਹ ਕਿੱਥੋਂ ਆਈਡੀਆ ਆਇਆ ਸੀ, ਉਹ ਦੱਸੋ ਤੁਸੀਂ। ਇੱਕ ਹਵਨ ਦਾ ਇੱਕ ਬੜਾ ਇਹਨੇ ਯੂਨੀਕ ਇੱਕ ਆਈਡੀਆ ਦਿੱਤਾ। ਫਿਰ ਉਹ ਅਸੀਂ 108 ਜਗ੍ਹਾ ਦੇ ਉੱਤੇ ਜਿਸ ਵੇਲੇ ਇੱਕਦਮ ਸੈਕਿੰਡ ਵੇਵ ਬੜੀ ਤੇਜ਼ ਹੋ ਗਈ, ਤੇ ਕਿਉਂਕਿ ਸਾਈਂ ਬਾਬਾ ਦੇ ਆਸ਼ਰਮ ਦੇ ਵਿੱਚੋਂ ਸਾਡਾ ਰੈਗੂਲਰ ਜਾਣਾ ਰਿਹਾ, ਸਾਡੇ ਤਿੰਨੋਂ ਬੱਚੇ ਉੱਥੋਂ ਪੜ੍ਹ ਕੇ ਆਏ। ਤੇ ਉੱਥੇ ਇਹਨਾਂ ਦੀ ਗੱਲ ਹੋਈ ਤੇ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਹਵਨ ਕਰਨ ਦੇ ਨਾਲ ਵੀ ਵਾਤਾਵਰਣ ਦੀ ਸ਼ੁੱਧੀ ਹੁੰਦੀ ਹੈ ਤੇ ਮਹਾਮਾਰੀ ਤੋਂ ਨਿਜਾਤ ਮਿਲ ਸਕਦੀ। ਤੇ ਇਹਨੇ ਕਿਹਾ ਜੀ ਤੁਸੀਂ ਆਹ ਸ਼ੁਰੂ ਕਰਾਓ। ਮੈਂ ਉਦੋਂ ਸੋਚਦਾ ਸੀਗਾ ਕਿ ਵੀ ਇਹਦਾ ਜਿਹੜਾ ਹੈਗਾ ਵੇ ਕਿਸ ਤਰ੍ਹਾਂ ਮੈਨੇਜ ਕਰਾਂਗੇ। ਲੇਕਿਨ ਉਹਦੇ 'ਚ ਫਿਰ ਅਸੀਂ ਗਵਰਨਰ ਸਾਹਿਬ ਨੂੰ ਨਾਲ ਵਰਚੁਅਲੀ ਲਿੱਤਾ ਤੇ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ 108 ਦਾ ਅਸੀਂ ਪਲਾਨ ਕੀਤਾ ਤੇ 324 ਜਗ੍ਹਾ ਦੇ ਉੱਤੇ ਉਸ ਦਿਨ ਪ੍ਰਾਰਥਨਾ ਤੇ ਹਵਨ ਹੋਏ। ਇੱਥੇ ਘਰ 'ਚ ਵੀ ਅਸੀਂ ਬੱਚਿਆਂ ਨੇ ਸਾਰਿਆਂ ਨੇ ਹਵਨ ਕੀਤਾ ਉੱਥੇ। ਇਸ ਤਰ੍ਹਾਂ ਕਰਕੇ ਇੱਕ ਦਿਨ ਅਸੀਂ ਉਹ ਸਰਵ ਧਰਮ ਪ੍ਰਾਰਥਨਾ ਇੱਕ ਉਹ ਵੀ ਕੀਤੀ। ਸੋ ਕੋਸ਼ਿਸ਼ ਕੀਤੀ ਕਿ ਕੁਛ ਨਾ ਕੁਛ ਇਹਦੇ ਉੱਤੇ ਚੱਲਦਾ ਰਹੇ। ਲੇਕਿਨ ਘਰ ਦੀ ਸਪੋਰਟ ਦੇ ਬਿਨਾਂ, ਬੀਵੀ ਦੀ ਸਪੋਰਟ ਦੇ ਬਿਨਾਂ ਇਹ ਸਾਰੇ ਕੰਮ ਪੋਸੀਬਲ ਨਹੀਂ ਹੈ। ਮੈਂ ਤੁਹਾਨੂੰ ਦੱਸਦਾ ਵੀ ਟੰਡਨ ਸਾਹਿਬ ਚੰਡੀਗੜ੍ਹ ਬੀਜੇਪੀ ਦੇ ਪ੍ਰੈਜ਼ੀਡੈਂਟ ਰਹੇ ਨੇ ਤੇ ਹੁਣ ਹਿਮਾਚਲ ਪ੍ਰਦੇਸ਼ ਬੀਜੇਪੀ ਦੇ ਸਹਿ ਪ੍ਰਭਾਰੀ ਨੇ। ਤੇ ਆਪਾਂ ਮੈਡਮ ਨਾਲ ਗੱਲਬਾਤ ਕਰਦੇ। ਮੈਡਮ, ਜਿੱਦਾਂ ਮੈਂ ਟੰਡਨ ਸਾਹਿਬ ਨੂੰ ਪੁੱਛਿਆ, ਹਾਲਾਂਕਿ ਟੰਡਨ ਸਾਹਿਬ ਨੇ ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ, ਜਦੋਂ ਟੰਡਨ ਸਾਹਿਬ ਇੰਨਾ ਸਾਰਾ ਕੁਝ ਕਰ ਰਹੇ ਸੀਗੇ, ਮਤਲਬ ਕਿ ਦੇਖੋ ਇਹ ਕੰਮ ਘਰੇ ਬਹਿ ਕੇ ਨਹੀਂ ਹੋ ਸਕਦਾ। ਟੰਡਨ ਸਾਹਿਬ ਲਗਾਤਾਰ, ਮੈਨੂੰ ਲੱਗਦਾ ਆਪਾਂ ਰੂਟੀਨ 'ਚ ਸ਼ਾਇਦ 8-10 ਘੰਟੇ ਬਾਹਰ ਰਹਿੰਦੇ ਹਾਂ, ਅਤੇ ਮੈਨੂੰ ਲੱਗਦਾ ਵੀ ਕਰੋਨਾ ਕਾਲ 'ਚ ਟੰਡਨ ਸਾਹਿਬ ਇਸ ਤੋਂ ਜ਼ਿਆਦਾ ਟਾਈਮ ਬਾਹਰ ਗੁਜ਼ਾਰ ਰਹੇ ਸੀਗੇ, ਲੋਕਾਂ ਦੇ ਵਿੱਚ ਜਾ ਰਹੇ ਸੀਗੇ। ਜਿਸ ਟਾਈਮ ਬੰਦੇ ਨੂੰ ਮੈਂ ਕੋਲ ਜਾਣਾ ਪਸੰਦ ਨਹੀਂ ਕਰਦਾ ਸੀ, ਉਸ ਟਾਈਮ ਇਹ ਲੋਕਾਂ ਦੇ ਵਿੱਚ ਜਾ ਰਹੇ ਸੀ। ਤੁਹਾਡੇ ਮਨ 'ਚ ਕਿੰਨਾ ਕੁ ਡਰ ਸੀਗਾ ਵੀ ਹਾਂ ਯਾਰ ਇਹਨਾਂ ਨੂੰ ਰੋਕਿਆ ਜਾਵੇ? ਕਿੰਨਾ ਕੁ ਮਤਲਬ ਤੁਸੀਂ ਸੋਚ ਰਹੇ ਸੀਗੇ, ਕਿੰਨਾ ਕੁ ਤੁਸੀਂ अपने आप ਨੂੰ संभालिया? देखो जी, रोकते तो थे, सच बात तो ये है, लेकिन अब संजय जी अपनी मर्जी करते हैं। हम ये माने भी यहाँ संजय जी की ज्यादा चलती है। ਨਹੀਂ, ਤੁਸੀਂ ਉਹਨਾਂ ਨੂੰ ਪੁੱਛਿਆ ਉਹਨਾਂ। ਮੈਂ ਤਾਂ ਪੁੱਛ ਰਿਹਾ ਸੀ, ਪਰ ਮੈਡਮ ਜੀ ਮੈਨੂੰ ਲੱਗਦਾ ਸੋਤੋਂ ਇੱਥੇ ਬੈਠੇ ਵੀ ਡਰ ਰਹੇ ਨੇ। ਨਹੀਂ ਨਹੀਂ ਨਹੀਂ, ਕੋਈ ਮੈਡਮ ਜਿਹੜਾ ਹੈ ਆਪਣਾ ਪ੍ਰਿਆ ਪੜ੍ਹੇ ਲਿਖੇ ਹੈ, ਸ਼ੀ ਇਜ਼ ਅ ਲਾਅ ਗ੍ਰੈਜੂਏਟ। ਔਰ ਇਹਨਾਂ ਦੇ ਪਿਤਾ ਜੀ ਜਸਟਿਸ MM ਪੁੰਛੀ ਜਿਹੜੇ ਗਿਆ ਉਹ ਦੇਸ਼ ਦੇ ਚੀਫ ਜਸਟਿਸ ਰਹੇ ਨੇ। ਔਰ ਪੜ੍ਹਾਈ ਵੱਲੋਂ ਵੀ ਔਰ ਕ੍ਰੀਏਟਿਵਿਟੀ ਵੱਲੋਂ ਹੁਣ ਤੁਸੀਂ ਦੇਖੋ ਇਹ ਪੇਂਟਿੰਗ ਜਿਹੜੀ ਹੈਗੀ ਹੈ, ਇਹ ਪੇਂਟਿੰਗ ਵੀ ਪ੍ਰਿਆ ਦੀ ਬਣੀ ਹੋਈ ਪੇਂਟਿੰਗ ਹੈ। ਤੇ ਜੇ ਤੁਸੀਂ ਕੈਮਰਾ ਘੁਮਾ ਕੇ ਜਰਾ 1 ਮਿੰਟ ਦਿਖਾ ਦਿਓ ਨਾ, ਇਹ ਪੇਂਟਿੰਗ ਵੀ। ਤੇ ਇਹਨਾਂ ਨੇ ਕਈ ਤਰ੍ਹਾਂ ਦੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਹੁਣ ਉਹ ਜਿਹੜੀਆਂ ਸਾਡੀਆਂ ਕਿਤਾਬਾਂ ਵੀ ਹੈਗੀਆਂ ਉਹਨਾਂ ਵਿੱਚ ਵੀ ਜਿਹੜੀ ਪੇਂਟਿੰਗ ਹੈ ਉਹ ਪ੍ਰਿਆ ਦੇ ਹੱਥ ਦੀ ਬਣੀ ਹੋਈ ਹੈ। ਤੋ ਉਹ ਸ਼ੀ ਇਜ਼ ਐਨ ਆਰਟਿਸਟ। ਉਹ ਜਿਹੜੀ ਹੈਗੀ ਆ ਉਹਨਾਂ ਦੀ ਕ੍ਰੀਏਟਿਵਿਟੀ ਆਪਣੀ ਹੈਗੀ ਹੈ। ਔਰ ਦੇਖੋ ਘਰ ਨੂੰ ਤੇ ਬਾਹਰ ਨੂੰ ਚੀਜ਼ ਨੂੰ ਬੈਲੈਂਸ ਰੱਖਣਾ, ਮੈਨੂੰ ਤੇ ਜਿਹੜੀ ਹੈਗੀ ਪੂਰੀ ਸਪੋਰਟ ਉਸ ਚੀਜ਼ ਦੀ ਰਹੀ ਹੈ। ਉਹ ਕਹਿਣ ਦੇ ਵਿੱਚ ਥੋੜ੍ਹਾ ਜਿਹਾ ਉਹ ਜਿਹੜਾ ਹੈਗਾ ਉਹ ਸ਼ਰਮਾ ਰਹੀ ਹੈ, ਮੈਂ ਸ਼ਰਮਾਂਦਾ ਨਹੀਂ ਹੈਗਾ, ਫਰਕ ਹੈ ਨਹੀਂ ਹੈ।
ਨਹੀਂ ਉਹ ਪੋਸੀਬਲ ਵੀ ਨਹੀਂ ਸੀਗਾ ਸਰ ਜਿਸ ਟਾਈਮ ਮਤਲਬ ਕਿ ਮੈਂ ਤਾਂ ਆਪ ਦੇਖਿਆ ਹੋਇਆ ਸਾਡੇ ਘਰ ਦੇ, ਕਿਉਂਕਿ ਸਾਡੀ ਵੀ ਮਜਬੂਰੀ ਸੀਗੀ ਵੀ ਹਾਂ ਯਾਰ ਅਸੀਂ ਲੋਕਾਂ ਦੇ ਵਿੱਚ ਜਾਣਾ, ਦੇਖਣਾ ਵੀ ਕੀ ਹਿਸਾਬ ਕਿਤਾਬ ਆ, ਹੋਰ ਪਿਕਚਰ ਜੋ ਰੀਅਲ ਪਿਕਚਰ ਆ ਲੋਕਾਂ ਦੇ ਵਿੱਚ ਪਹੁੰਚਾਉਣਾ। ਤਾਂ ਸਾਡੇ ਘਰ ਦੇ ਵੀ ਸਾਨੂੰ ਰੋਕਦੇ ਹੁੰਦੇ ਸੀ, ਪਰ ਸਾਡੀ ਜੌਬ ਸੀਗੀ, ਇਸ ਕਰਕੇ ਸਾਡੀ ਮਜਬੂਰੀ ਸੀ, ਸਾਨੂੰ ਮਜਬੂਰੀ 'ਚ ਘਰੋਂ ਬਾਹਰ ਨਿਕਲਣਾ ਪੈਂਦਾ ਸੀਗਾ। ਪਰ ਸਾਡੇ ਘਰ ਦੇ ਹਮੇਸ਼ਾ ਪਿੱਛੇ ਡਰੇ ਰਹਿੰਦੇ ਸੀਗੇ ਵੀ ਹਾਂ ਯਾਰ ਉਹ ਘਰੋਂ ਬਾਹਰ ਗਿਆ, ਕੋਈ ਦਿੱਕਤ ਨਾ ਆ ਜਾਏ, ਕੋਈ ਪ੍ਰੋਬਲਮ ਨਾ ਆ ਜਾਏ, ਕੋਈ ਘਰ ਬਿਮਾਰੀ ਨਾ ਲੈ ਆਵੇ। ਮਤਲਬ ਕਿ ਉਹ ਬਹੁਤ ਜ਼ਿਆਦਾ ਸਾਡੇ ਘਰ ਦੇ ਬਹੁਤ ਜ਼ਿਆਦਾ ਡਰੇ ਹੋਏ ਸੀ, ਪਰ ਸਾਡੀ ਮਜਬੂਰੀ ਸੀ, ਅਸੀਂ ਇਸ ਮਜਬੂਰੀ 'ਚ ਘਰੋਂ ਬਾਹਰ ਨਿਕਲ ਰਹੇ ਸੀ। ਮੈਂ ਉਹ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਵੀ ਜਿੱਦਾਂ ਸਾਡੇ ਉੱਤੇ ਇੰਨਾ ਦਬਾਅ ਸੀਗਾ ਤਾਂ ਇਹ ਹੋ ਨਹੀਂ ਸਕਦਾ ਵੀ ਤੁਹਾਡੇ ਉੱਤੇ ਇੰਨਾ ਦਬਾਅ ਨਾ ਹੋਵੇ, ਕਿਉਂਕਿ ਸਾਡੀ ਮਜਬੂਰੀ ਸੀ। ਤੁਸੀਂ ਮਜਬੂਰੀ, ਤੁਹਾਡੀ ਕੋਈ ਜੋਬ ਮਜਬੂਰੀ ਨਹੀਂ ਸੀਗੀ, ਤੁਸੀਂ ਤਾਂ ਉੱਦਾਂ ਲੋਕਾਂ ਦੇ ਵਿੱਚ ਜਾ ਰਹੇ ਸੀ, ਇੱਕ ਸਮਾਜ ਸੇਵਾ ਕਰ ਰਹੇ ਸੀਗੇ। ਨਹੀਂ ਜੀ, ਸਾਡੀ ਤੇ ਇਹ ਹੈਗਾ ਜੀ, ਅਸੀਂ ਬਾਹਰ ਨਾ ਜਾਈਏ ਨਾ ਤੇ ਅਸੀਂ ਘਰ ਬੈਠੇ ਛੇਤੀ ਬਿਮਾਰ ਹੋ ਜਾਾਂਗੇ। ਤੋ ਸਾਨੂੰ ਤੇ ਹੈਗਾ ਉਹ ਬਾਹਰ ਜਾ ਕੇ, ਲੋਕਾਂ ਦੇ ਵਿੱਚ ਜਾ ਕੇ, ਲੋਕਾਂ ਦੀਆਂ ਕੋਈ ਸਮੱਸਿਆਵਾਂ ਹੈਗੀਆਂ, ਕਿੰਨੀ ਤਰ੍ਹਾਂ ਦੀਆਂ ਸਮੱਸਿਆਵਾਂ ਸੀਗੀਆਂ ਜੋ ਤੁਸੀਂ ਟੀਵੀ ਦੇ ਉੱਤੇ ਤੇ ਕਈ ਬਖਾਨ ਵੀ ਨਹੀਂ ਕਰ ਸਕਦੇ। ਘਰਾਂ 'ਚ ਲੋਕਾਂ ਨੂੰ ਡਿਪਰੈਸ਼ਨ ਹੋਇਆ, ਘਰਾਂ 'ਚ ਲੋਕਾਂ ਦੀਆਂ ਆਪਸੀ ਝਗੜੇ ਹੋਏ, ਘਰਾਂ ਦੇ ਵਿੱਚ ਕਿਤੇ ਖਾਣ ਦਾ ਸਮਾਨ ਨਹੀਂ ਪਹੁੰਚਿਆ, ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ, ਕਿਤੇ ਵੇਲੇ ਕਿਸੇ ਨੂੰ ਦਵਾਈ ਨਹੀਂ ਪਹੁੰਚੀ, ਕਿਤੇ ਕੋਈ ਘਰ ਦੇ ਵਿੱਚ ਕੋਈ ਗਿਰ ਗਿਆ ਤੇ ਉਹਨੂੰ ਕੋਈ ਸੰਭਾਲਣ ਵਾਲਾ ਨਹੀਂ ਸੀਗਾ, ਕਿਤੇ ਬਜ਼ੁਰਗ ਰਹਿੰਦੇ ਸੀਗੇ ਤੇ ਉਹਨਾਂ ਦੀ ਕੋਈ ਘਰ ਸਫਾਈ ਕਰਨ ਵਾਲਾ, ਕੁਕਿੰਗ ਕਰਨ ਵਾਲਾ ਨਹੀਂ ਸੀ ਆਇਆ। ਉਹ ਬਜ਼ੁਰਗਾਂ ਦੇ ਘਰ ਵੀ ਰੋਟੀ ਪਹੁੰਚਾਉਣਾ, ਕੋਈ ਉਹਨਾਂ ਨੂੰ ਅਸੀਂ ਟੈਲੀਫੋਨ ਨੰਬਰ ਦੇਣਾ, ਉਹਨਾਂ ਨੇ ਸਾਨੂੰ ਫੋਨ ਕਰਨਾ। ਤੋ ਦੇਖੋ ਚੱਕਰ ਕੀ ਹੈਗਾ ਕਿ ਇਹ ਜਿਹੜਾ ਜਜ਼ਬਾ ਹੁੰਦਾ ਹੈ ਨਾ ਜੀ, ਬੰਦਾ ਉਹ ਜਜ਼ਬੇ ਦੇ ਨਾਲ ਕੰਮ ਕਰ ਸਕਦਾ ਹੈ। ਜੇ ਮਨ 'ਚ ਇਹ ਜਜ਼ਬਾ ਹੋਵੇ ਕਿ ਵੀ ਕੋਈ ਆਇਆ ਹੈਗਾ ਹੈ ਕੋਈ ਘਰ ਦੇ ਵਿੱਚ। ਹੁਣ ਅਸੀਂ ਕੋਈ ਪਿਛਲੇ 15 ਸਾਲ ਤੋਂ ਇੱਥੇ 18 ਸੈਕਟਰ ਮੰਦਿਰ ਦੇ ਵਿੱਚ ਮੰਗਲਵਾਰ ਦਾ ਸਾਡਾ ਅਸੀਂ ਲੰਗਰ ਲਗਾਉਣਾ, ਰਾਤੀ 250, 300, 400 ਬੰਦਿਆਂ ਨੇ ਰੋਟੀ ਖਾਣੀ। ਇਸ ਕਰੋਨਾ ਕਾਲ 'ਚ ਲੰਗਰ ਬੰਦ ਹੋ ਗਿਆ, ਮੈਨੂੰ ਤੇ ਇੰਜ ਲੱਗਾ ਕਿ ਕਿਸੇ ਨੇ ਮੇਰੀ ਕਿਨਾ ਗਿੱਚੀ ਉਹ ਘੁੱਟ ਦਿੱਤੀ ਹੈ। ਤੇ ਹੁਣ ਉਹ ਬੰਦਾ ਜਿਹੜਾ ਹੈਗਾ ਵਾ ਬੈਠਾ, ਜਿਹਨੂੰ ਲੱਗਦਾ ਕਿ ਭਾਈ ਮੈਨੂੰ ਤੇ ਇਹੋ ਜਿਹੇ ਕੰਮ ਕਰਕੇ ਹੀ ਮੈਨੂੰ ਇੱਕ ਅੱਛਾ ਮੈਨੂੰ ਅਹਿਸਾਸ ਹੁੰਦਾ। ਜਿਸ ਵੇਲੇ ਇਹ ਹੁਣ ਦੂਸਰੀ ਵੇਵ ਦੇ ਵਿੱਚ ਜਿਸ ਅਸੀਂ ਕੋਵਿਡ ਕੇਅਰ ਸੈਂਟਰ ਉੱਥੇ ਔਨ ਕੀਤਾ, ਦੂਜੀ ਵੇਵ ਦੇ ਵਿੱਚ ਦਹਿਸ਼ਤ ਬਹੁਤ ਜ਼ਿਆਦਾ ਸੀਗੀ ਪਹਿਲੀ ਵੇਵ ਨਾਲੋਂ। ਔਰ ਐਤਕੀ ਤੇ ਇਹ ਸੀਗਾ ਕਿ ਬਿਮਾਰ ਪੈ ਗਿਆ ਬੰਦਾ ਤੇ ਉਹਨੂੰ ਤੇ ਬੈੱਡ ਨਹੀਂ ਮਿਲ ਰਿਹਾ ਤੇ ਆਕਸੀਜਨ ਨਹੀਂ ਮਿਲ ਰਹੀ। ਤੇ ਜਿਸ ਵੇਲੇ ਇਹੋ ਜਿਹੇ ਉਹ ਸੀਗਾ ਤੇ ਅਸੀਂ ਕੋਵਿਡ ਕੇਅਰ ਸੈਂਟਰ ਦੇ ਵਿੱਚ ਉੱਥੇ ਉਹ ਜਿਹੜੇ ਬਿਮਾਰ ਬੰਦਿਆਂ ਦੀ ਸੇਵਾ 'ਚ ਲੱਗੇ ਹੋਏ ਸੀਗੇ, ਤਾਂ ਵੀ ਘਰ ਦੇ ਵਿੱਚ ਤੇ ਉਹ ਹੁੰਦਾ। ਲੇਕਿਨ ਤਾਂ ਵੀ ਪ੍ਰਿਆ ਨੇ ਮੇਰੇ ਨਾਲ ਜਾ ਕੇ ਉੱਥੇ ਇਹਨੇ ਸਾਰਾ ਜਿਹੜਾ ਹੈਗਾ ਉਹ ਸਿਸਟਮ ਕਿਵੇਂ ਬਣ ਸਕਦਾ ਹੈ, ਹਰ ਇੱਕ ਨੂੰ ਇਹਨੇ ਸਾਈਂ ਬਾਬਾ ਦੀ ਫੋਟੋਆਂ ਉਹ ਡਿਵੈਲਪ ਕਰਾ ਕੇ ਉਹ ਇਹਨੇ ਮੈਨੂੰ ਦਿੱਤੀਆਂ ਕਿ ਇੱਕ ਇੱਕ ਬੰਦੇ ਨੂੰ ਘਰ ਜਾਂਦੇ ਹੋਏ ਇਹ ਦਿਓ ਤੁਸੀਂ। ਉੱਥੇ ਬਾਬਾ ਜੀ ਦੀ ਵੱਡੀ ਫੋਟੋ ਲਗਾਉਣੀ। ਫਿਰ ਉੱਥੇ ਜਦੋਂ ਅਸੀਂ ਸ਼ੁਰੂ ਕੀਤਾ ਤੇ ਉਹ ਬਾਬਾ ਦੀ ਉੱਥੇ ਆਰਤੀ ਕਰਕੇ ਅਸੀਂ ਉੱਥੇ ਆਪਣਾ ਪ੍ਰੋਗਰਾਮ ਸ਼ੁਰੂ ਕੀਤਾ। ਤੇ ਦੇਖੋ ਉਹ ਹੁੰਦਾ ਕੀ ਹੈ ਕਿ ਜਿਹੜਾ ਹੈਗਾ ਮੀਆਂ ਬੀਬੀ ਰੱਥ ਦੇ ਦੋ ਪਹੀਏ ਹੁੰਦੇ। ਬਿਲਕੁਲ। ਤੇ ਜੇ ਕਿਤੇ ਉਹ ਮਿਸਮੈਚਿੰਗ ਹੋਵੇ ਨਾ ਤੇ ਫਿਰ ਗੱਡੀ ਜਿਹੜੀ ਹੈ ਨਾ, ਪਰਿਵਾਰ ਦੀ ਗੱਡੀ ਚੱਲਦੀ ਨਹੀਂ ਹੈ। ਮੈਂ ਸੋਚਦਾ ਕਿ ਅਸੀਂ ਰੱਬ ਦੀ ਬੜੀ ਕਿਰਪਾ ਹੈ ਕਿ ਸਾਡੀ ਉਹ ਜਿਹੜੀ ਹੈਗੀ ਆ ਉਹ ਗੱਡੀ ਜਿਹੜੀ ਹੈਗੀ ਆ ਮੈਚਿੰਗ ਟਾਇਰ ਹੈਗੇ ਤੇ ਚੱਲ ਰਹੀ ਹੈ। ਹੁਣ ਜਿਹੜੀ ਗੱਲ ਕੀਤੀ ਜਾ ਰਹੀ ਹੈ ਉਹ ਇਹ ਕਿਹਾ ਜਾ ਰਿਹਾ ਹੈ ਵੀ ਸੈਕਿੰਡ ਵੇਵ ਤੋਂ ਬਾਅਦ ਥਰਡ ਵੇਵ ਵੀ ਆਏਗੀ ਔਰ ਉਸ ਦੀ ਤਿਆਰੀ ਹੋ ਰਹੀ ਹੈ ਵੀ ਥਰਡ ਵੇਵ ਆਏਗੀ ਔਰ ਜਿਹੜਾ ਕਰੋਨਾ ਵਾਇਰਸ ਹੈ ਉਹ ਹੋਰ ਜ਼ਿਆਦਾ ਡੇਂਜਰਸ ਹੋ ਰਿਹਾ। ਹਾਲਾਂਕਿ ਦੇਸ਼ ਵਿੱਚ ਕਾਫੀ ਕੇਸ ਉਸ ਦੇ ਸਾਹਮਣੇ ਵੀ ਆਏ ਆ, ਉਹਨੂੰ ਡੈਲਟਾ ਪਲੱਸ ਦਾ ਨਾਮ ਦਿੱਤਾ ਗਿਆ। ਕੋਈ ਆਪਾਂ ਕੁਝ ਸੋਚ ਰਹੇ ਆ ਵੀ ਕਿਉਂਕਿ ਆਪਾਂ ਦੋ ਜਿਹੜੀਆਂ ਵੇਵਸ ਆਈਆਂ ਉਸ 'ਚ ਤੁਸੀਂ ਕੰਮ ਵੀ ਕੀਤਾ, ਤੁਸੀਂ ਫੀਲਡ 'ਚ ਗਏ ਵੀ ਹੋ, ਤੁਸੀਂ ਲੋਕਾਂ ਦੀ ਬੜੀ ਸਹਾਇਤਾ ਵੀ ਕੀਤੀ ਆ। ਸੋ ਲੱਗਦਾ ਵੀ ਹਾਂ ਯਾਰ ਉਸ ਦੀ ਤਿਆਰੀ ਆਪਾਂ ਨੂੰ ਕੁਝ ਪਹਿਲਾਂ ਕਰ ਲੈਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਜਿਹੜਾ ਇਹ ਮਤਲਬ ਕਿ ਬਚਾਇਆ ਜਾ ਸਕੇ। ਥਰਡ ਵੇਵ 'ਚ ਉਨੀਆਂ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਜਿੰਨੀਆਂ ਉਹਨਾਂ ਨੂੰ ਫਸਟ ਅਤੇ ਸੈਕਿੰਡ ਵਿੱਚ ਕਰਨਾ ਪਿਆ। ਦੇਖੋ ਜਿਹੜੀ ਫਸਟ ਵੇਵ ਦੇ ਵਿੱਚ ਜਿਹੜੀ ਮੁਸ਼ਕਿਲਾਤਾਂ ਆਈਆਂ ਉਹ ਮੈਡੀਕਲ ਮੁਸ਼ਕਿਲਾਤ, ਤੇ ਜਿਹੜਾ ਬੰਦਾ ਬਿਮਾਰ ਹੋਇਆ ਸਪੋਜ਼ਿੰਗ ਲੈਸ ਦੈਨ 0.5% ਬੰਦੇ ਬਿਮਾਰ ਹੋਏ, ਬਾਕੀਆਂ ਨੂੰ ਦਹਿਸ਼ਤ ਦੀ ਪ੍ਰੋਬਲਮ ਸੀਗੀ ਜਾਂ ਲਾਸ ਆਫ ਵਰਕ ਔਰ ਬਿਜ਼ਨਸ।
ਦੁਕਾਨਾਂ ਬੰਦ ਹੋ ਗਈਆਂ, ਨੌਕਰੀਆਂ ਚਲੀਆਂ ਗਈਆਂ, ਕੰਮ ਬੰਦ ਹੋ ਗਏ, ਉਹਦੀਆਂ ਪ੍ਰੋਬਲਮ। ਸੋ ਇਕਨੋਮਿਕ ਸਿਚੁਏਸ਼ਨ ਦੇ ਜ਼ਿਆਦਾ ਇਸ਼ੂ ਸੀਗੇ। ਉਸ ਤੋਂ ਬਾਅਦ ਜਿਹੜਾ ਹੈਗਾ ਫਿਰ ਉਹ ਆਤਮ ਨਿਰਭਰ ਭਾਰਤ ਦਾ ਪੈਕੇਜ ਆਇਆ, ਲੋਕੀ ਵਾਪਸ ਖੜੇ ਹੋਣਾ ਸ਼ੁਰੂ ਹੋਏ। ਸੈਕਿੰਡ ਵੇਵ ਦੇ ਵਿੱਚ ਉਹ ਆਈ ਕਿਉਂ? ਕਿਉਂਕਿ ਸਡਨਲੀ ਨਵੰਬਰ ਦਸੰਬਰ ਤੋਂ ਕੇਸ ਘਟਨੇ ਸ਼ੁਰੂ ਹੋ ਗਏ ਤੇ ਜਨਵਰੀ ਫਰਵਰੀ ਚ ਲੋਕਾਂ ਨੇ ਸੋਚਿਆ ਕਿ ਭਾਈ ਕਰੋਨਾ ਤੇ ਗਿਆ, ਹੁਣ ਮਾਸਕ ਵੀ ਉਤਰ ਗਏ, ਲੋਕਾਂ ਦੇ ਉਹ ਡਿਸਟੈਂਸ ਵੀ ਉਹ ਖਤਮ ਹੋ ਗਏ, ਸਾਰੀਆਂ ਨਾਰਮਲ ਇੱਥੋਂ ਤੱਕ ਸਵਿਮਿੰਗ ਪੂਲ ਤੱਕ ਸਭ ਖੁੱਲ ਗਿਆ। ਲੋਕਾਂ ਨੇ ਜਿਹੜਾ ਕੰਟਰੋਲ ਰੱਖਣਾ ਸੀ ਆਪਣੇ ਆਪ ਦੇ ਉੱਤੇ, ਸ਼ੁਰੂ ਤੋਂ ਪ੍ਰਧਾਨ ਮੰਤਰੀ ਜੀ ਬੋਲਦੇ ਜਾ ਰਹੇ ਸੀਗੇ ਕਿ ਕਰੋਨਾ ਹਾਲੇ ਗਿਆ ਨਹੀਂ ਹੈ, ਇੱਕ ਡਿਸਟੈਂਸ ਤੇ ਆਪਣਾ ਮਾਸਕ ਜ਼ਰੂਰ ਲਗਾ ਕੇ ਰੱਖੋ। ਲੇਕਿਨ ਉੱਥੇ ਥੋੜੀ ਭੁੱਲ ਹੋਈ। ਉਹ ਇੱਕਦਮ ਜਿਸ ਵੇਲੇ ਨੰਬਰ ਉਹ ਇੰਨਾ ਇੱਕਦਮ ਵੱਧ ਗਿਆ, ਉਹਦੇ ਵਾਸਤੇ ਉਹ ਜਿਹੜਾ ਆਕਸੀਜਨ ਵਾਲਾ ਸੀਗਾ, ਆਕਸੀਜਨ ਦੀ ਉਨੀ ਤਿਆਰੀ ਨਹੀਂ ਸੀ ਜਿੰਨੀ ਆਕਸੀਜਨ ਦੀ ਰਿਕੁਆਇਰਮੈਂਟ ਆ ਗਈ। ਅੱਛਾ, ਆਕਸੀਜਨ ਦੀ ਰਿਕੁਆਇਰਮੈਂਟ, ਸਪੋਜ਼ਿੰਗ ਤੁਹਾਨੂੰ ਅੱਜ ਇੱਥੇ ਕੋਈ ਚੀਜ਼ ਪਹੁੰਚਾਉਣੀ ਹੋਵੇ, ਸਪੋਜ਼ਿੰਗ ਰੋਟੀ ਵੀ ਪਹੁੰਚਾਉਣੀ ਹੋਵੇ, ਤੇ ਜੇ ਰੋਟੀ ਨਹੀਂ ਹੈਗੀ ਤੇ ਉਹਨੂੰ ਭੇਜਣ ਦਾ ਸਪਲਾਈ ਲਾਈਨ ਉਹਦੀ ਜਿਹੜੀ ਹੈਗੀ ਹੈ, ਉਹਦੀ ਲੌਜਿਸਟਿਕ ਮੈਨੇਜ ਕਰਨੀ ਪਏਗੀ। ਜਿਹੜੀ ਕਿੰਨਾ ਆਕਸੀਜਨ, ਜੇ ਉਹਦੇ 'ਚ ਤੁਸੀਂ ਉਹਦਾ ਟੈਂਕਰ ਵੀ ਭੇਜੋ ਤੇ ਉਹ ਟੈਂਕਰ 30 ਕਿਲੋਮੀਟਰ ਦੀ ਸਪੀਡ ਤੋਂ ਜ਼ਿਆਦਾ ਚੱਲ ਨਹੀਂ ਸਕਦਾ, ਨਹੀਂ ਤੇ ਉਹ ਉਲਟ ਜਾਂਦਾ। ਬਿਲਕੁਲ ਠੀਕ। ਅੱਛਾ, ਆਕਸੀਜਨ ਸਾਰੀ ਮੈਨੂਫੈਕਚਰ ਹੁੰਦੀ ਹੈ ਜਾਂ ਈਸਟਰਨ ਫਰੰਟ ਤੇ ਜਾਂ ਵੈਸਟਰਨ ਫਰੰਟ ਤੇ। ਸੈਂਟਰਲ ਇੰਡੀਆ ਦੇ ਵਿੱਚ ਆਕਸੀਜਨ ਦੇ ਉਹਨੇ ਪਲਾਂਟ ਹੀ ਨਹੀਂ ਹੈ। ਅੱਛਾ, ਹਸਪਤਾਲਾਂ ਦੇ ਵਿੱਚ ਪਲਾਂਟ ਜਿਹੜੇ ਇਹਦੇ ਦੌਰਾਨ ਜਿਹੜਾ ਹੈਗਾ ਵੈ ਕੇਂਦਰ ਸਰਕਾਰ ਨੇ ਪਲਾਂਟਾਂ ਵਾਸਤੇ ਭੇਜਿਆ, ਕਿਸੇ ਸਰਕਾਰ ਨੇ ਅੱਗੇ ਲੱਗ ਕੇ ਪਲਾਂਟ ਲਵਾ ਲਏ, ਕੋਈ ਸਰਕਾਰ ਨੇ ਥੋੜੀ ਜੀ ਢਿੱਲ ਕਰ ਦਿੱਤੀ। ਚੰਡੀਗੜ੍ਹ ਨੂੰ ਰੀਜ਼ਨੇਬਲੀ ਠੀਕ ਰਿਹਾ, ਤੁਸੀਂ ਤੇ ਇੱਥੇ ਦੇਖਦੇ ਰਹੋ, 3 ਪਲਾਂਟ ਚੰਡੀਗੜ੍ਹ ਦੇ ਵਿੱਚ ਲੱਗ ਗਏ। ਉਹ ਇੱਕ 48 ਸੈਕਟਰ ਦੇ ਵਿੱਚ, ਇੱਕ ਇੱਥੇ PGI ਦੇ ਵਿੱਚ, ਇੱਕ 16 ਸੈਕਟਰ 'ਚ, ਤੇ ਆਪਣਾ ਨਹੀਂ PGI ਨਹੀਂ ਜੀ, 32 ਸੈਕਟਰ ਦੇ ਵਿੱਚ। PGI ਦੇ ਵਿੱਚ ਸਟੋਰੇਜ ਵਾਲਾ ਸੀਗਾ ਸਿਸਟਮ। ਤੇ ਜਿਸ ਵੇਲੇ ਉਹ ਪਲਾਂਟ ਲੱਗ ਗਏ ਸੀਗੇ ਤੇ ਸਾਨੂੰ ਇੱਥੇ ਆਕਸੀਜਨ ਦੀ ਉਨੀ ਸਮੱਸਿਆ ਨਹੀਂ ਆਈ ਜਿੰਨੀ ਬਾਕੀਆਂ ਜਗ੍ਹਾ ਦੇ ਉੱਤੇ ਆਈ। ਦੂਜਾ ਤੁਹਾਡਾ ਸਵਾਲ ਹੈ ਕਿ ਹੁਣ ਸਾਡੀ ਪ੍ਰੈਪਰੇਸ਼ਨ ਕੀ ਹੈ। ਇਸ ਪ੍ਰੈਪਰੇਸ਼ਨ ਵਾਸਤੇ ਸਭ ਤੋਂ ਵੱਡਾ ਕੰਮ ਹੈ ਕਿ ਵੈਕਸੀਨੇਸ਼ਨ। 2 ਜਿਹੜੀਆਂ ਡੋਜ਼ ਹੈ, ਜਿਹੜੇ ਲੋਕ ਸੁਣ ਵੀ ਰਹੇ ਨੇ, ਮੇਰੀ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਭਾਈ ਦੋਨੋਂ ਡੋਜ਼ਿਸ ਆਪਣੀਆਂ ਜ਼ਰੂਰ ਲਗਵਾ ਲਓ। ਘਰਦਿਆਂ ਨੂੰ ਹੀ ਨਹੀਂ, ਆਪਣੇ ਘਰ ਦੇ ਜਿਹੜਾ ਕੋਈ ਕੁੱਕ ਹੈ, ਮਾਲੀ ਹੈ, ਡਰਾਈਵਰ ਹੈ। ਦੇਖੋ ਨਾ ਜੀ, ਮਿਲਖਾ ਸਿੰਘ ਜੀ ਔਰ ਉਹਨਾਂ ਦੀ ਪਤਨੀ ਹੁਣ ਘਰ 'ਚ ਬੈਠੇ ਰਹੇ, ਕਿਤੇ ਬਾਹਰ ਨਹੀਂ ਗਏ, ਲੇਕਿਨ ਕੁੱਕ ਚਲਾ ਗਿਆ ਸੈਰ ਕਰਨ, ਕੁੱਕ ਬਾਹਰੋਂ ਲੈ ਕੇ ਆ ਗਿਆ, ਕੁੱਕ ਠੀਕ ਹੋ ਗਿਆ, ਤੇ ਉਹ ਸਰਦਾਰ ਜੀ ਤੇ ਮੈਡਮ ਜਿਹੜੇ ਹੈਗੇ ਆ ਉਹ ਚਲੇ ਗਏ। ਇਹਦੇ ਨਾਲ ਕੀ ਹੈ ਕਿ ਅਸੀਂ ਸਾਰੇ ਬੰਦਿਆਂ ਨੂੰ ਅਗਰ ਅਸੀਂ ਆਪਣਾ ਵੈਕਸੀਨੇਸ਼ਨ ਕਰਾਈਏ, ਦੂਸਰਾ ਡਿਸਟੈਂਸ ਜਿਹੜਾ ਨਾ ਉਹਦਾ ਧਿਆਨ ਰੱਖਣਾ ਜਿਹੜਾ ਹੈਗਾ ਉਹ ਬਹੁਤ ਜ਼ਰੂਰੀ ਹੈ। ਤੀਸਰਾ, ਸਾਨੂੰ ਮਾਸਕ ਜਿਹੜਾ ਹੈਗਾ ਵਾ ਨਾ, ਮਾਸਕ ਲਗਾਏ ਬਿਨਾਂ ਘਰੋਂ ਨਹੀਂ ਨਿਕਲਣਾ ਚਾਹੀਦਾ। ਇਹ 3 ਚੀਜ਼ਾਂ ਦਾ ਖਿਆਲ ਰੱਖੀਏ। ਸਰਕਾਰ ਜਿਹੜੀ ਦੂਜੇ ਪਾਸੇ ਜਿਹੜੀ ਚੀਜ਼ਾਂ ਦਾ ਖਿਆਲ ਕਰ ਰਹੀ ਹੈ, ਇੱਕ ਉਹ ਜਿਹੜੇ ਬੱਚਿਆਂ ਦੇ ਉੱਤੇ ਜਿਹੜੀ ਉਹ ਚੱਲ ਰਹੀ ਹੈ ਕਿ ਨਾ ਉਹਨਾਂ ਦੀ ਡੋਜ਼ ਚੈੱਕ ਵੈਕਸੀਨੇਸ਼ਨ ਵਾਸਤੇ ਜਿਹੜਾ ਟਰਾਇਲ ਚੱਲ ਰਿਹਾ, ਉਹ ਟਰਾਇਲ ਦੇ ਵੀ ਰਿਜ਼ਲਟ ਇਸ ਮਹੀਨੇ ਦੇ ਵਿੱਚ ਆ ਜਾਣਗੇ, ਤਾਂ ਕਿ ਉਹ ਜਿਹੜੇ 18 ਸਾਲ ਤੋਂ ਛੋਟੇ ਵੀ ਜਿਹੜੇ ਬੱਚੇ ਹੈ ਉਹਨਾਂ ਦੇ ਉੱਤੇ ਵੀ ਉਹ ਲੱਗ ਸਕੇ, ਉਹਦਾ ਵੀ ਆ ਜਾਏਗਾ। ਦੂਸਰੇ ਪਾਸੇ ਜਿਹੜਾ ਹੈਗਾ ਵੈ 1500 ਨਵੇਂ ਪਲਾਂਟ ਆਕਸੀਜਨ ਦੇ, ਉਹ ਆਲ ਇੰਡੀਆ ਦੇ ਵਿੱਚ ਤੁਸੀਂ ਪਰਸੋਂ ਦੇਖਿਆ ਹੋਣਾ, ਪ੍ਰਧਾਨ ਮੰਤਰੀ ਜੀ ਨੇ ਉਹਦੀ ਪੂਰੀ ਮੀਟਿੰਗ ਲੈ ਕੇ ਸਾਰਾ ਉਹ ਚੈੱਕ ਕੀਤਾ। ਤੀਸਰੀ ਚੀਜ਼, ਵੈਂਟੀਲੇਟਰ, ਕੋਈ 1.5 ਲੱਖ ਵੈਂਟੀਲੇਟਰ ਆਲ ਓਵਰ ਇੰਡੀਆ ਦੇ ਵਿੱਚ ਉਹਨਾਂ ਨੂੰ ਜੈਕਅਪ ਕੀਤਾ ਗਿਆ ਕਿ ਹੁਣ ਉਹ ਵੀ ਸਾਰੇ ਇੰਸਟਾਲ ਹੋ ਜਾਣ। ਪ੍ਰੈਪਰੇਸ਼ਨ ਦੇ ਵਾਈਜ਼ ਅਸੀਂ ਉਹਦੀ ਤਿਆਰੀ ਕਰ ਰਹੇ ਹਾਂ, ਲੇਕਿਨ ਕੋਈ ਪ੍ਰੈਪਰੇਸ਼ਨ ਵੀ ਤੁਸੀਂ ਦੇਖੋ ਘਰ ਦੇ ਵਿੱਚ ਤਿਆਰੀ ਹੋਵੇ ਕਿ ਤੁਸੀਂ 20 ਬੰਦਿਆਂ ਨੂੰ ਰੋਟੀ ਖਵਾ ਸਕਦੇ ਹੋ, 50 ਨੂੰ ਖਵਾ ਲਓਗੇ ਜੇ ਘਰ ਦੇ ਵਿੱਚ ਜ਼ਿਆਦਾ ਵੀ ਮਹਿਮਾਨ ਆ ਜਾਣ, ਲੇਕਿਨ ਜੇ ਤੁਹਾਡੇ ਘਰ 'ਚ 200 ਮਹਿਮਾਨ ਆ ਜਾਣਗੇ
ਤੇ ਤਾਂ ਰੋਟੀ ਕਿਵੇਂ ਖਿਲਾਓਗੇ? ਹਾਂ, ਨਹੀਂ ਪੋਸੀਬਲ ਹੀ ਨਹੀਂ ਹੈ। ਤੋ ਇਹੀਓ ਗੱਲ ਤੇ ਹਸਪਤਾਲਾਂ ਦੇ ਨਾਲ ਡਾਕਟਰਾਂ ਨਾਲ ਹੋਈ ਕਿ ਵੀ ਜਿੱਥੇ ਉਹਨਾਂ ਕੋਲ ਇੰਤਜ਼ਾਮ 100 ਬੰਦਿਆਂ ਦਾ ਸੀਗਾ, ਉੱਥੇ 200 ਆ ਜਾਂਦੇ ਸੀ ਤੇ ਉਹ ਰਸਤੇ ਵੀ ਮੈਨੇਜ ਕਰ ਲੈਣ। ਜੇ ਉਹ 200 ਦੀ ਬਜਾਏ ਉੱਥੇ 500 ਬੰਦਾ ਆ ਗਿਆ ਤੇ ਉਹ ਹਸਪਤਾਲ ਵਾਲਾ ਵੀ ਕੀ ਕਰੇਗਾ? ਤੋ ਮੇਰੀ ਤੇ ਆ ਬੇਨਤੀ ਹੈ ਸਾਰਿਆਂ ਨੂੰ ਕਿ ਸਾਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ, ਇੱਕ ਜ਼ਿੰਮੇਵਾਰ ਨਾਗਰਿਕ ਦੇ ਤੌਰ ਦੇ ਉੱਤੇ ਉਹ ਕਰਨਾ ਚਾਹੀਦਾ। ਔਰ ਦੂਸਰਾ ਜਿਹੜਾ ਹੈਗਾ ਹੈ, ਲੋਕਾਂ ਨੂੰ ਨਾ ਜਿਹੜੀ ਇੱਕ ਆਦਤ ਪੈ ਗਈ ਹੈ ਕਿ ਵੀ ਅਸੀਂ ਨਾ ਸਾਰੀਆਂ ਉਹ ਸਲਾਹਾਂ ਦਿੰਦੇ। ਮੈਂ ਆਪਣਾ ਅਸੀਂ ਕੋਈ ਕਹਾਣੀ ਕੀਤੀ ਸੀ, ਕੀ ਨਾਂ ਸੀ ਉਹਦਾ, ਜਿਹੜਾ ਇਸ ਸਮੇਂ ਜਿਹੜਾ ਹੈਗਾ ਸਲਾਹ ਦੇਣ ਦਾ ਨਹੀਂ ਹੈ, ਹਾਂ ਸਲਾਹ ਨਹੀਂ ਸਹਿਯੋਗ ਦਿਓ। ਠੀਕ ਹੈ। ਇਸ ਵਕਤ ਇੱਕ ਦੂਜੇ ਦਾ ਸਹਿਯੋਗ ਕਰਨਾ ਚਾਹੀਦਾ, ਜਿੰਨੀ ਮਦਦ ਕਰ ਸਕਦੇ ਹੋ। ਸਪੈਸ਼ਲੀ ਉਹ ਘਰ ਜਿਹੜੇ ਘਰਾਂ ਦੇ ਉੱਤੇ ਰੱਬ ਦੀ ਮਿਹਰਬਾਨੀ ਐਕਸਟਰਾ ਹੈ, ਉਹ ਘਰਾਂ ਦੇ ਵਿੱਚ ਜਿਨ੍ਹਾਂ ਦੇ ਘਰਾਂ ਦੇ ਵਿੱਚ ਰੋਟੀ ਨਹੀਂ ਪਹੁੰਚ ਰਹੀ, ਉਹ ਬੰਦਿਆਂ ਵਾਸਤੇ ਆਪਣੀ ਜੇਬ ਥੋੜੀ ਢਿੱਲੀ ਜ਼ਰੂਰ ਕਰੋ, ਉਹਦੀ ਸੇਵਾ ਵਾਸਤੇ ਵੀ ਕਰੋ। ਮੈਂ ਇੱਥੇ ਇਹ ਗੱਲ ਜ਼ਰੂਰ ਐਡ ਕਰਨਾ ਚਾਹਾਂਗਾ ਕਿ ਸਾਨੂੰ ਜਿਸ ਲਈ ਕੋਵਿਡ ਸੈਂਟਰ ਅਸੀਂ ਲਗਾਇਆ, ਆਪਣਾ ਗੋਇਲ ਜੀ ਜਿੰਨਾ ਸਮਾਨ ਸਾਨੂੰ ਚਾਹੀਦਾ ਸੀਗਾ ਨਾ, ਲੋਕਾਂ ਨੇ 3 ਗੁਣਾ ਸਾਨੂੰ ਸਮਾਨ ਆ ਕੇ ਦੇ ਦਿੱਤਾ। ਚਾਹੇ ਪੀਪੀ ਕਿੱਟ ਹੈ, ਚਾਹੇ ਉਹ ਕੀ ਕਹਿੰਦੇ ਆਕਸੀਮੀਟਰ ਹੈ, ਚਾਹੇ ਥਰਮਾਮੀਟਰ ਹੈ, ਚਾਹੇ ਬਲੱਡ ਪ੍ਰੈਸ਼ਰ ਦੇ ਮੀਟਰ ਹੈ, ਚਾਹੇ ਉੱਥੇ ਉਹ ਚਾਦਰਾਂ, ਚਾਹੇ ਪਾਣੀ ਪੀਣ ਦਾ, ਰੋਟੀ ਤੱਕ ਜਿਹੜਾ ਗਾ ਲੋਕ ਸਪਾਂਸਰ ਕਰਨ ਆ ਗਏ ਸਾਨੂੰ ਤੇ ਮੈਂ ਹੈਰਾਨ ਆ ਕਿ ਜਨਤਾ ਦਾ ਜਜ਼ਬਾ ਬਹੁਤ ਹੈ। ਲੇਕਿਨ ਮੈਨੂੰ ਇੰਨਾ ਜ਼ਰੂਰ ਕਹਾਂਗਾ ਕਿ ਹਰ ਬੰਦੇ ਨੂੰ ਨਾ ਉਹਦੇ ਵਾਸਤੇ ਜਿਹੜਾ ਗਾ ਕੁਛ ਨਾ ਕੁਛ, ਜਿਹੜੇ ਸਾਡੇ ਤੋਂ ਘੱਟ ਜਿਨ੍ਹਾਂ ਨੂੰ ਮਿਲਿਆ, ਉਹਨਾਂ ਵਾਸਤੇ ਮਦਦ ਵਾਸਤੇ ਜ਼ਰੂਰ ਅੱਗੇ ਆਉਣਾ ਚਾਹੀਦਾ। ਚਲੋ, ਥੈਂਕ ਯੂ ਸਰ। ਥੈਂਕ ਯੂ ਜੀ। ਇਹ ਸੀਗੇ ਸੰਜੇ ਟੰਡਨ ਜੀ ਔਰ ਉਹਨਾਂ ਦੀ ਧਰਮ ਪਤਨੀ ਪ੍ਰਿਆ ਟੰਡਨ ਜੀ। ਔਰ ਇਹਨਾਂ ਦਾ ਜਿਹੜਾ ਮੋਟੀਵੇਸ਼ਨ ਵਾਲਾ ਜਿਹੜਾ ਤਰੀਕਾ ਸੀਗਾ, ਇਹ ਲੋਕਾਂ ਨੇ ਬੜਾ ਪਸੰਦ ਕੀਤਾ। ਔਰ ਜਿਹੜੀਆਂ ਇਹਨਾਂ ਦੀਆਂ ਵੀਡੀਓਜ਼ ਸੀਗੀਆਂ YouTube ਤੇ Facebook ਤੇ ਲੋਕਾਂ ਨੇ ਬੜੀਆਂ ਲਾਈਕ ਕੀਤੀਆਂ ਔਰ ਫਾਰਵਰਡ ਵੀ ਕੀਤੀਆਂ। ਔਰ ਇੰਨਾ ਹੀ ਨਹੀਂ, ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਮੁੱਖ ਮੰਤਰੀਆਂ ਨੇ ਵੀ ਇਹਨਾਂ ਦੀ ਜਿਹੜੀ ਵੀਡੀਓ ਹੈ ਉਹਨੂੰ ਸਰਾਹਿਆ ਗਿਆ। ਔਰ ਟੰਡਨ ਜੀ ਦਾ ਇਹ ਕਹਿਣਾ ਠੀਕ ਹੈ ਬਿਲਕੁਲ, ਵੀ ਜਿਹੜੀ ਥਰਡ ਵੇਵ ਆ ਰਹੀ ਹੈ ਉਸ ਤੋਂ ਆਪਾਂ ਤਾਂ ਹੀ ਬਚ ਸਕਦੇ ਹਾਂ ਜਦੋਂ ਆਪਾਂ ਸਾਰੇ ਜਿਹੜੇ ਵੈਕਸੀਨੇਸ਼ਨ ਹੈ ਉਸ ਦਾ ਕੰਮ ਪੂਰਾ ਕਰ ਲਈਏ। ਦੋਨੋਂ ਟੀਕੇ ਜਿਹੜੇ ਆ ਸਾਰੇ ਬੰਦੇ ਜਦੀ ਆਪਾਂ ਲਗਾ ਲਈਏ ਤਾਂ ਆਪਾਂ ਸ਼ਾਇਦ ਥਰਡ ਵੇਵ ਤੋਂ ਬਚ ਸਕਦੇ ਹਾਂ। ਉਸ ਤੋਂ ਇਲਾਵਾ ਟੰਡਨ ਜੀ ਦਾ ਇਹ ਵੀ ਕਹਿਣਾ ਵੀ ਮਾਸਕ ਤੇ ਉਹ ਜਿਹੜਾ ਸੋਸ਼ਲ ਡਿਸਟੈਂਸਿੰਗ ਅਤੇ ਬਾਰ-ਬਾਰ ਹੱਥ ਧੋਣ ਵਾਲੀ ਜਿਹੜੀ ਸਾਰੇ ਡਾਕਟਰਸ ਜਿਹੜੇ ਜਾਂ ਸਾਇੰਟਿਸਟ ਜਿਹੜੀ ਗੱਲ ਕਹਿ ਰਹੇ ਨੇ ਉਹਨੂੰ ਵੀ ਮੰਨਣਾ ਬੜਾ ਜ਼ਰੂਰੀ ਹੈ, ਤਾਂ ਹੀ ਆਪਾਂ ਥਰਡ ਵੇਵ ਤੋਂ ਬਚ ਸਕਦੇ ਹਾਂ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਉਮਾ ਯਾਦਵ ਦੇ ਨਾਲ, ਦੈਨਿਕ ਸਵੇਰਾ ਟੀਵੀ ਲਈ, ਚੰਡੀਗੜ੍ਹ ਤੋਂ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ ਹੈ, ਤੁਰੰਤ ਸੰਪਰਕ ਕਰੋ। ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ।